कि तुसी जो भी कोई एप्लीकेशन इंस्टॉल करनी है तो ऑथेंटिक सोर्स तो प्ले स्टोर तो या ऐप स्टोर तो ही डाउनलोड करो। किसी थर्ड पार्टी की भेजी हुई एप्लीकेशन को अपने फोन के कभी भी इंस्टॉल ना करो, क्योंकि वो हैकिंग के चांसिस बहुत ज़्यादा होंगे ने। तो या किसी अननोन परसन तो सानू कोई मैसेज आता, वो मैसेज के लिखा होंगे कि तुम इस लिंक के उत्ते क्लिक करो तो थोड़े WhatsApp के कोई नवा फीचर इनेबल हो जाएगा। जो लिंक के उत्ते क्लिक करांगे तो सानू एक अनजानी वैबसाइट तो एक WhatsApp की कोई दूसरी फाइल डाउनलोड करके थोड़े फोन के इंस्टॉल कर देगा, जी कि बहुत ही खतरनाक है। और वो थोड़े फाइल थोड़े फोन का सारा डेटा रीड करना शुरू कर देगी, थोड़े तो सर्विलेंस भी रख सकती है, या थोड़े फोन के जी इंपॉर्टेंट फाइलों ने उन्होंने डिलीट भी कर सकती है। इन्हां ऐप्स के उत्ते जिहड़ियां दुश्मन की सेना है या फौज है वो हनी ट्रैप्स बनाती है। वो झूठियां प्रोफाइलां बना के, लड़कियां दी प्रोफाइलां बना के फौजियां दे नाल दोस्ती करने की कोशिश कर सकते हैं और उन्होंने कोलों महत्वपूर्ण जानकारियां हासिल कर सकते हैं। सो फौजियां नूं इन्हां हनी ट्रैप्स तो बचाने वास्ते ये हिदायत दी गई है कि वो फेसबुक, टिंडर या इंस्टाग्राम वर्गियां ऐप्स तो अपने आप नूं दूर रखन। पेरेंट्स को जरा ख्याल रखना पेगा भी उन्होंने बच्चे किहड़ियां ऐप्स यूज़ करते हैं और उन्होंने उत्ते चैक जरूर रखना चाहिए नाल। ਭਾਰਤੀ ਤੇ ਚੀਨੀ ਫੌਜ ਦੇ ਵਿਚਕਾਰ ਹੋਈ ਕਲਵਾਨ ਘਾਟੀ ਵਿਖੇ ਝੜਪ ਤੋਂ ਬਾਅਦ ਜਿਹੜਾ ਹੈ ਕਿ ਦਿਨ ਬਰ ਦਿਨ ਜਿਹੜਾ ਹੈ ਕਿ ਸਥਿਤੀ ਚਿੰਤਾਜਨਕ ਤੇ ਤਣਾਅਪੂਰਨ ਹੁੰਦੀ ਜਾ ਰਹੀ ਹੈ। ਇਸੇ ਦੇ ਮੱਦੇ ਨਜ਼ਰ ਜਿਹੜਾ ਹੈ ਕਿ ਭਾਰਤੀ ਸਰਕਾਰ ਨੇ ਜਿਹੜੇ ਕਿ ਐਪਲੀਕੇਸ਼ਨਸ ਜਿਹੜੀਆਂ ਸੈਂਕੜੋ ਜਿਹੜੀਆਂ ਬੈਨ ਕਰ ਦਿੱਤੀਆਂ ਨੇ। ਬੀਤੀ ਰਾਤ ਵੀ 89 ਐਪਲੀਕੇਸ਼ਨਸ ਜਿਹੜੀਆਂ ਬੈਨ ਕਰਨ ਦੇ ਹੁਕਮ ਜਾਰੀ ਹੋਏ, ਜਿਹੜੇ ਕਿ ਆਰਮੀ ਦੇ ਜਿਹੜੇ ਅਫਸਰ ਨੇ, ਆਰਮੀ ਦੇ ਅਧਿਕਾਰੀ ਨੇ ਜਾਂ ਫੌਜ ਦੇ ਹਰ ਇੱਕ ਜਿਹੜੇ ਕਰਮਚਾਰੀ ਆ ਉਹਨਾਂ ਨੂੰ ਨਿਰਦੇਸ਼ ਜਾਰੀ ਹੋ ਚੁੱਕੇ ਨੇ ਕਿ ਜਿਹੜੀਆਂ ਫੇਸਬੁੱਕ ਤੱਕ ਦੀਆਂ ਜਿਹੜੀਆਂ ਐਪਸ ਨੇ, ਫੇਸਬੁੱਕ ਤੱਕ ਜਿਹੜਾ ਕਿ ਆਪਣੇ ਮੋਬਾਈਲਸ ਦੇ ਵਿੱਚੋਂ ਬੰਦ ਕਰ ਦਿਓ। ਤੇ ਇसी ਦੇ ਬਾਬਤ ਸਾਡੇ ਨਾਲ ਗੱਲ ਕਰਨ ਵਾਸਤੇ ਮੌਜੂਦ ਨੇ ਪ੍ਰੋਫੈਸਰ ਰਜੀਵ ਪੁਰੀ ਜੀ। ਇਹਨਾਂ ਨਾਲ ਅਸੀਂ ਜਾਣਾਂਗੇ ਕਿ ਇੰਟਰਨੈਟ ਦੀ ਦੁਨੀਆ ਦੇ ਵਿੱਚ ਕਿੰਨੇ ਸੁਰੱਖਿਅਤ ਹੈ ਅਸੀਂ। ਸਰ, ਸਭ ਤੋਂ ਪਹਿਲਾਂ ਤਾਂ ਅਜੀਤ ਵੈਬ ਟੀਵੀ ਤੇ ਤੁਹਾਡਾ ਸਵਾਗਤ ਹੈ ਜੀ। ਥੈਂਕ ਯੂ ਚਿਰਾਗ। ਅਜੀਤ ਦੇ ਦਰਸ਼ਕਾਂ ਦੇ ਲਈ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਸਰ, ਸਭ ਤੋਂ ਪਹਿਲਾਂ ਸਰ ਇਹ ਜਾਣਨਾ ਚਾਹਾਂਗੇ, ਜਿਸ ਤਰ੍ਹਾਂ ਹੁਣ ਜਿਹੜੀ ਝੜਪ ਹੋਈ ਸੀਗੀ ਕਲਵਾਨ ਘਾਟੀ ਦੇ ਉੱਤੇ ਭਾਰਤੀ ਤੇ ਚੀਨੀ ਫੌਜ ਦੇ ਵਿੱਚ, ਉਸ ਤੋਂ ਬਾਅਦ ਜਿਹੜੀ ਸਥਿਤੀ ਜਿਹੜੀ ਹੈ ਤਣਾਅਪੂਰਨ ਹੁੰਦੀ ਜਾ ਰਹੀ ਹੈ। ਇਸੇ ਦੇ ਮੱਦੇਨਜ਼ਰ ਹੀ ਜਿਹੜੀ ਪਹਿਲਾਂ 59 ਐਪਸ ਬੈਨ ਕੀਤੀਆਂ ਗਈਆਂ ਸੀਗੀਆਂ ਭਾਰਤ ਸਰਕਾਰ ਵੱਲੋਂ, ਬੀਤੀ ਰਾਤ ਵੀ ਜਿਹੜੇ ਨਿਰਦੇਸ਼ ਜਾਰੀ ਹੋਏ ਨੇ ਖਾਸ ਕਰਕੇ ਜਿਹੜੀ ਭਾਰਤੀ ਫੌਜ ਵਾਸਤੇ ਜਿਹੜੇ ਜਾਰੀ ਹੋਏ ਨੇ ਕਿ ਇਹਨੂੰ ਐਪਸ ਨੂੰ ਤੁਰੰਤ ਜਿਹੜਾ ਕਿ ਆਪਣੇ ਫੋਨ 'ਚੋਂ ਅਨਇੰਸਟਾਲ ਕਰ ਦੇਣ। ਸਰ, ਉਸ ਦੇ ਬਾਰੇ ਥੋੜ੍ਹੀ ਜਾਣਕਾਰੀ ਦੇਣਾ ਜੀ। चिराग, पिछले कुछ दिनों तो भारत सरकार वालों एक नोटिफिकेशन जारी हुई सी जिहदे करके 59 ऐप्स गवर्नमेंट ने बैन कीतियां सी और इन्हां ऐप्स नूं प्ले स्टोर तो और गूगल तो हटा लिया गया सी। एक नवीं नोटिफिकेशन गवर्नमेंट ऑफ इंडिया वालों जारी हुई है जिहदे विच जिहड़े भी डिफेंस परसनल ने, ऑफिसर रैंक या थल्ले दे रैंक दे भी, उन्हां सारिਆਂ ਨੂੰ स्पैशल हिदायतां दित्तियां गईयां ने कि कुछ एक ਜਿਹੜੀਆਂ सोशल मीडिया ਦੀਆਂ ऐप्स ने उन्हां ऐप्स ਨੂੰ ਆਪਣੇ मोबाइल फोन तो तुरंत अनइंस्टॉल कर दिता जाए, क्योंकि इन्हां ऐप्स तो कोई ना कोई सिक्योरिटी का खतरा हो सकता है। कोई जरूरी जानकारी ਜਿਹੜੀ है वो लीक होने का खदशा हमेशा बनया रहेगा। सर, मैं अपने दर्शकों ਨੂੰ ਤੁਹਾਡੇ ਮਾਧਿਅਮ ਨਾਲ ਇਹ ਜਾਣਕਾਰੀ ਜ਼ਰੂਰ ਦਿਵਾਉਣਾ ਚਾਹੂੰਗਾ ਕਿ ਇਹ ਜਿਹੜਾ ਖਤਰਾ ਕਿਸ ਤਰ੍ਹਾਂ ਸਾਡੇ ਨਾਲ ਮੰਡਰਾਇਆ ਰਹਿੰਦਾ ਔਰ ਜਿਹੜਾ ਭਾਰਤੀ ਫੌਜ ਦਾ ਵੀ ਜਿਹੜਾ ਇਹ ਐਪਲੀਕੇਸ਼ਨ ਬੈਨ ਕਰਨ ਦੇ ਵਾਨੂੰ ਜਿਹੜੇ ਹੁਕਮ ਜਾਰੀ ਹੋਏ ਨੇ ਭਾਰਤ ਸਰਕਾਰ ਵੱਲੋਂ, ਇਹ ਜਿਹੜੀ ਲੀਕੇਜ ਸੀਗੀ ਕਿਸ ਤਰ੍ਹਾਂ ਹੁੰਦੀ ਹੈ, ਥੋੜ੍ਹਾ ਜਿਹੜੇ ਸਾਡੇ ਦਰਸ਼ਕ ਨੇ ਵੀ ਜਾਗਰੂਕ ਹੋਣ ਕਿ ਉਹਨਾਂ ਨੇ ਆਪਣਾ ਬਚਾਅ ਵੀ ਕਿਸ ਤਰ੍ਹਾਂ ਕਰਨਾ ਹੈ, ਥੋੜ੍ਹਾ ਇਸ ਬਾਰੇ ਵੀ ਜੀ। देखो, ਜਦੋਂ ਅਸੀਂ ਕੋਈ ਵੀ ऐप डाउनलोड करते हैं इंटरनेट तो वो ऐप ਸਾਡੇ ਫੋਨ ਦੇ ਵਿੱਚ ਕੁਝ ਸਟੋਰੇਜ ਸਪੇਸ ਆਕਿਊਪਾਈ ਕਰ ਲੈਂਦੀ ਹੈ। ਜਦੋਂ ਅਸੀਂ ਇਸ ਐਪ ਨੂੰ ਪਹਿਲੀ ਵਾਰੀ ਰਨ ਕਰਦੇ ਹਾਂ ਤੇ ਇਹ ਐਪ ਸਾਨੂੰ ਕੁਝ ਸਪੈਸ਼ਲ ਪਰਮਿਸ਼ਨਾਂ ਦੇ ਬਾਰੇ ਪੁੱਛਦੀ ਹੈ ਕਿ ਕਿਆ ਤੁਸੀਂ ਇਹ ਪਰਮਿਸ਼ਨਾਂ ਦੇਣਾ ਚਾਹੁੰਦੇ ਹੋ। ਬਹੁਤ ਸਾਰੇ ਲੋਕ ਇਹਨਾਂ ਪਰਮਿਸ਼ਨਾਂ ਨੂੰ ਪੜ੍ਹਦੇ ਹੀ ਨਹੀਂ ਹੈ ਤੇ ਫਟਾਫਟ ਐਪ ਨੂੰ ਇਸਤੇਮਾਲ ਕਰਨ ਦੀ ਜਲਦਬਾਜ਼ੀ ਦੇ ਵਿੱਚ ਉੱਥੇ ਅਲਾਓ ਦੇ ਬਟਨ ਦੇ ਉੱਤੇ ਕਲਿੱਕ ਕਰ ਦਿੰਦੇ, ਜਿਹੜਾ ਕਿ ਬਹੁਤ ਹੀ ਖਤਰਨਾਕ ਹੈ। ਇਹਨਾਂ ਐਪਸ ਦੇ ਵਿੱਚ ਕੁਝ ਇਹੋ ਜਿਹੀਆਂ ਪਰਮਿਸ਼ਨਾਂ ਹੁੰਦੀਆਂ ਨੇ ਜਿਹੜੀਆਂ ਉਸ ਐਪ ਨੂੰ ਚਲਾਉਣ ਵਾਸਤੇ ਜ਼ਰੂਰੀ ਨੇ, ਪਰ ਉਸ ਤੋਂ ਇਲਾਵਾ ਕੁਝ ਐਪਸ ਇਹੋ ਜਿਹੀਆਂ ਵੀ ਨੇ ਜਿਹੜੀਆਂ ਕਿ ਫालतू ਦੀਆਂ ਬਹੁਤ ਸਾਰੀਆਂ ਪਰਮਿਸ਼ਨਸ ਤੁਹਾਡੇ ਕੋਲੋਂ ਮੰਗ ਲੈਂਦੀਆਂ ਨੇ। ਮੈਂ ਦਰਸ਼ਕਾਂ ਨੂੰ ਦਿਖਾਉਣਾ ਚਾਹਾਂਗਾ ਕਿ ਜਦੋਂ ਤੁਸੀਂ ਕੋਈ ਇਹਨਾਂ ਐਪਸ ਨੂੰ ਯੂਜ਼ ਕਰਦੇ ਹੋ ਤੇ ਇਹਨਾਂ ਐਪਸ ਦੇ ਵਿੱਚ ਇੱਕ ਪਰਮਿਸ਼ਨਸ ਦੀ ਵਿੰਡੋ ਆਉਂਦੀ ਹੈ। ਉਹ ਜਿਸ ਤਰ੍ਹਾਂ ਸਪੋਜ਼ ਕਰੋ ਹੁਣ ਆ ਪਹਿਲੀ ਐਪ ਹੈ ਮੇਰੇ ਕੋਲ ਬਰਾਊਜ਼ਰ ਦੀ, ਜਿਹੜੀ ਕਿ ਆਪਣੇ ਮੋਬਾਈਲ ਫੋਨ ਦੇ ਵਿੱਚ ਇੰਟਰਨੈਟ ਸਰਫ ਕਰਨ ਦੇ ਕੰਮ ਆਉਂਦੀ ਹੈ। ਇਸ ਐਪ ਦੇ ਵਿੱਚ ਮੇਰੇ ਕੋਲ ਆ 4 ਪਰਮਿਸ਼ਨਾਂ ਮੰਗੀਆਂ ਗਈਆਂ ਨੇ। ਪਹਿਲੀ ਗੱਲ ਤੇ ਇਹਨਾਂ ਨੇ ਲੋਕੇਸ਼ਨ ਦੀ ਪਰਮਿਸ਼ਨ ਮੰਗੀ ਹੈ ਮੇਰੇ ਕੋਲੋਂ ਕਿ ਕਿਆ ਇਸ ਬਰਾਊਜ਼ਰ ਐਪ ਨੂੰ ਤੁਹਾਡੇ ਫੋਨ ਦੀ ਲੋਕੇਸ਼ਨ ਇਸਤੇਮਾਲ ਕਰਨ ਦੀ ਇਜਾਜ਼ਤ ਦਿੱਤੀ ਜਾਵੇ ਕਿ ਨਾ। ਇਹ ਪਰਮਿਸ਼ਨ ਮੈਂ ਬਾਈ ਡਿਫਾਲਟ ਔਨ ਕਰ ਦਿੱਤੀ
ਇਸ ਪਰਮਿਸ਼ਨ ਦੀ ਬਰਾਊਜ਼ਰ ਨੂੰ ਜ਼ਰੂਰਤ ਕਿਉਂ ਪਈ? ਕਿਉਂਕਿ ਬਰਾਊਜ਼ਰ ਤੁਹਾਨੂੰ ਕੁਛ ਨਾ ਕੁਛ ਇੰਟਰਸਟ ਬੇਸਡ ਐਡਸ ਦਿਖਾਉਣਾ ਚਾਹੁੰਦਾ ਹੈ। ਜਿਹੜੀਆਂ ਚੀਜ਼ਾਂ ਦੇ ਵਿੱਚ ਮੈਂ ਕੁਛ ਇੰਟਰਸਟ ਦਿਖਾਉਣਾ ਜਾਂ ਮੇਰੇ ਲੋਕਲ ਆਸ-ਪਾਸ ਦੇ ਜਿਹੜੇ ਬਿਜ਼ਨਸ ਨੇ ਉਹ ਇਹਨਾਂ ਚੀਜ਼ਾਂ ਨੂੰ ਐਡਵਰਟਾਈਜ਼ ਕਰਨਾ ਚਾਹੁੰਦੇ ਨੇ, ਤੇ ਉਹਦੇ ਵਾਸਤੇ ਉਹ ਲੋਕੇਸ਼ਨ ਦੀ ਪਰਮਿਸ਼ਨ ਉਹਨੂੰ ਚਾਹੀਦੀ ਹੋਏਗੀ। ਸੈਕਿੰਡ ਪਰਮਿਸ਼ਨ ਸੀਗੀ ਸਾਡੇ ਕੋਲ ਇਹਦੇ 'ਚੋਂ ਮਾਈਕਰੋਫੋਨ ਦੀ, ਜਿਹੜੀ ਪਰਮਿਸ਼ਨ ਮੈਂ ਇਸ ਐਪ ਨੂੰ ਨਹੀਂ ਦੇਣਾ ਚਾਹੁੰਦਾ। ਉਹਦਾ ਇੱਕ ਬਹੁਤ ਵੱਡਾ ਰੀਜ਼ਨ ਇਹ ਸੀ ਕਿ ਮੈਂ ਬਰਾਊਜ਼ਰ ਵਾਲੀ ਐਪ ਦੇ ਵਿੱਚ ਦੇਖਿਆ ਕਿ ਇਹਦੇ ਵਿੱਚ ਕਿਤੇ ਵੀ ਕੋਈ ਫੈਸਿਲਿਟੀ ਇਹੋ ਜਿਹੀ ਨਹੀਂ ਹੈਗੀ ਕਿ ਮੈਂ ਬੋਲ ਕੇ ਇੰਟਰਨੈਟ ਦੇ ਉੱਤੇ ਸਰਚ ਕਰ ਸਕਾਂ ਕੁਛ। ਜਦੋਂ ਇਹ ਬੋਲ ਕੇ ਕੁਛ ਸਰਚ ਕਰਨ ਦੇ ਕਾਬਿਲ ਹੀ ਨਹੀਂ ਹੈਗੀ ਤੇ ਫਿਰ ਇਹ ਮਾਈਕਰੋਫੋਨ ਦੀ ਪਰਮਿਸ਼ਨ ਮੇਰੇ ਕੋਲੋਂ ਕਿਉਂ ਮੰਗਦਾ ਪਿਆ? ਇਸ ਕਰਕੇ ਮੈਨੂੰ ਇਹ ਪਰਮਿਸ਼ਨ ਨੂੰ ਡਿਸੇਬਲ ਕਰਨਾ ਪਿਆ। ਜੇ ਇਹ ਪਰਮਿਸ਼ਨ ਔਨ ਰਹਿੰਦੀ ਹੈ ਤੇ ਕਿਸੇ ਵੀ ਮੌਕੇ ਦੇ ਉੱਤੇ ਇਹ ਬਰਾਊਜ਼ਰ ਚੁੱਪ-ਚਪੀਤੇ ਇਸ ਮਾਈਕਰੋਫੋਨ ਨੂੰ ਔਨ ਕਰ ਸਕਦਾ ਤੇ ਜੋ ਗੱਲਬਾਤ ਆਪਾਂ ਨਾਰਮਲ ਕਰਦੇ ਪਏ ਹਾਂ ਉਸ ਗੱਲਬਾਤ ਦੇ ਉੱਤੇ ਸਰਵੇਲੈਂਸ ਕਰ ਸਕਦੇ ਨੇ। ਸੋ ਇਹਨਾਂ ਖਤਰਿਆਂ ਦੇ ਕਰਕੇ ਹੀ ਗਵਰਨਮੈਂਟ ਆਫ ਇੰਡੀਆ ਨੇ ਇਹਨਾਂ ਐਪਸ ਨੂੰ ਬੈਨ ਕੀਤਾ ਹੈ। ਦੂਸਰੀ ਗੱਲ ਇੱਕ ਮੈਂ ਹੋਰ ਸ਼ੇਅਰਇਟ ਐਪਲੀਕੇਸ਼ਨ ਦੀ ਤੁਹਾਨੂੰ ਦਿਖਾਉਣਾ ਚਾਹਾਂਗਾ। ਇਸ ਸ਼ੇਅਰਇਟ ਐਪਲੀਕੇਸ਼ਨ ਨੂੰ ਸਾਡੇ ਬਹੁਤ ਸਾਰੇ ਯੂਜ਼ਰ ਲੋਕਲ ਫਾਈਲ ਸ਼ੇਅਰਿੰਗ ਵਾਸਤੇ ਯੂਜ਼ ਕਰਦੇ ਨੇ, ਕਿਉਂਕਿ ਇਸ ਐਪਲੀਕੇਸ਼ਨ ਦੇ ਨਾਲ ਜਦੋਂ ਫਾਈਲਾਂ ਸ਼ੇਅਰ ਕਰਦੇ ਨੇ ਤਾਂ ਬਹੁਤ ਸਪੀਡ ਦੇ ਨਾਲ ਫਾਈਲਾਂ ਸ਼ੇਅਰ ਹੁੰਦੀਆਂ ਨੇ। ਇਹਦੇ ਵਿੱਚ ਕੁਛ ਇੱਕ ਪਰਮਿਸ਼ਨਾਂ ਜਿਵੇਂ ਕਿ ਮੈਂ ਔਨ ਰੱਖੀਆਂ ਨੇ ਔਰ ਕੁਝ ਪਰਮਿਸ਼ਨਾਂ ਆਫ ਰੱਖੀਆਂ ਨੇ। ਲਾਈਕ ਜਿਵੇਂ ਕੈਮਰਾ ਦੀ ਪਰਮਿਸ਼ਨ ਹੈ, ਸ਼ੇਅਰਇਟ ਦੇ ਵਿੱਚ ਇੱਕ ਬਾਰਕੋਡ ਹੁੰਦਾ, ਉਸ ਬਾਰਕੋਡ ਨੂੰ ਸਕੈਨ ਕਰਨ ਵਾਸਤੇ ਕੈਮਰਾ ਚਾਹੀਦਾ, ਇਸ ਕਰਕੇ ਮੈਨੂੰ ਸਮਝ ਆਉਂਦੀ ਸੀ ਕਿ ਠੀਕ ਹੈ ਇਹ ਪਰਮਿਸ਼ਨ ਇਹਨੂੰ ਦੇਣੀ ਪਏਗੀ। ਪਰ ਕੰਟੈਕਟ ਦੀ ਪਰਮਿਸ਼ਨ ਮੈਂ ਇਸ ਸ਼ੇਅਰਇਟ ਨੂੰ ਕਿਉਂ ਦੇਵਾਂ ਔਰ ਇਹਨੇ ਕਿਉਂ ਮੰਗੀ, ਇਹ ਚੀਜ਼ ਬੜੀ ਕੁਐਸਚਨੇਬਲ ਹੈ। ਲੋਕੇਸ਼ਨ ਦੀ ਪਰਮਿਸ਼ਨ ਤੁਸੀਂ ਦੇ ਵੀ ਸਕਦੇ ਹੋ, ਨਹੀਂ ਵੀ ਦੇ ਸਕਦੇ, ਕਿਉਂਕਿ ਇਹ ਹੋ ਸਕਦਾ ਹੈ ਕਿ ਸ਼ੇਅਰਇਟ ਤੁਹਾਡੇ ਉਸ ਲੋਕੇਸ਼ਨ ਦੇ ਬੇਸ ਦੇ ਉੱਤੇ ਹੋਰ ਸਰਚ ਕਰਦਾ ਹੋਵੇ ਕਿ ਹੋਰ ਕਿਹੜੇ-ਕਿਹੜੇ ਸ਼ੇਅਰਇਟ ਵਾਲੇ ਯੂਜ਼ਰ ਨੇ ਜਿਨ੍ਹਾਂ ਦੇ ਨਾਲ ਤੁਸੀਂ ਆਪਣੀਆਂ ਫਾਈਲਾਂ ਨੂੰ ਸ਼ੇਅਰ ਕਰਨਾ ਚਾਹੁੰਦੇ ਹੋ। ਦੈਨ ਅਗੇਨ ਮਾਈਕਰੋਫੋਨ ਦੀ ਪਰਮਿਸ਼ਨ ਦੀ ਸ਼ੇਅਰਇਟ ਨੂੰ ਕਿਉਂ ਜ਼ਰੂਰਤ ਪਈ ਹੈ, ਕਿਉਂ ਪਰਮਿਸ਼ਨ ਮੰਗ ਰਿਹਾ? ਸਸਪੈਕਟਡ ਸੀਗਾ। ਹੁਣ ਮੈਂ ਇੱਥੇ ਸਭ ਤੋਂ ਵੱਡੀ ਇੱਕ ਗਲਤੀ ਕੀਤੀ ਕਿ ਮੈਂ ਫ਼ੋਨ ਦੀ ਪਰਮਿਸ਼ਨ ਆਪਣੇ ਸ਼ੇਅਰਇਟ ਨੂੰ ਔਨ ਕਰਕੇ ਰੱਖੀ ਹੈ। ਫ਼ੋਨ ਦੀ ਪਰਮਿਸ਼ਨ ਕਿਸੇ ਐਪਲੀਕੇਸ਼ਨ ਨੂੰ ਉਦੋਂ ਚਾਹੀਦੀ ਹੁੰਦੀ ਹੈ ਜਦੋਂ ਇਹ ਐਪਲੀਕੇਸ਼ਨ ਆਪਣੇ ਆਪ ਕੁਝ ਫ਼ੋਨ ਡਾਇਲ ਕਰਕੇ ਤੇ ਕੁਝ ਇਨਫੋਰਮੇਸ਼ਨ ਪਾਸ ਔਨ ਕਰੇ ਜਾਂ ਤੁਹਾਡੇ ਫ਼ੋਨ ਦੇ SMS ਨੂੰ ਰੀਡ ਕਰਨ ਦੀ ਇਹ ਕੈਪੇਬਿਲਿਟੀ ਰੱਖਦਾ ਹੋਵੇ। ਜੇ ਤੁਸੀਂ ਇਹ ਪਰਮਿਸ਼ਨ ਔਨ ਕਰ ਦਿੱਤੀ ਤੇ ਇਹਦਾ ਮਤਲਬ ਕਿ ਤੁਸੀਂ ਐਪ ਨੂੰ ਕਹਿ ਦਿੱਤਾ ਕਿ ਠੀਕ ਹੈ ਤੂੰ ਜਦੋਂ ਮਰਜ਼ੀ ਮੇਰਾ ਫ਼ੋਨ ਔਨ ਕਰਕੇ ਯੂਜ਼ ਕਰ ਲੈ ਤੇ ਜਦੋਂ ਮਰਜ਼ੀ ਇਹਦੇ ਤੋਂ SMS ਭੇਜ ਦੇ ਤੇ ਜਾਂ ਰਿਸੀਵ ਕਰ ਲੈ। ਬਹੁਤ ਖਤਰਨਾਕ ਪਰਮਿਸ਼ਨ ਹੈ, ਕਿਉਂਕਿ ਅਸੀਂ ਲਾਈਕ ਅੱਜ ਕੱਲ੍ਹ ਆਪਾਂ ਨੈੱਟ ਬੈਂਕਿੰਗ ਯੂਜ਼ ਕਰਦੇ ਹਾਂ ਅਤੇ ਉਹਦੇ OTP ਵਗੈਰਾ ਵੀ ਤੁਹਾਡੇ ਫ਼ੋਨ ਦੇ ਉੱਤੇ ਆਉਂਦੇ ਨੇ। ਜੇ ਤੁਸੀਂ ਇਹ ਪਰਮਿਸ਼ਨ ਔਨ ਕੀਤੀ ਹੈ ਅਤੇ ਇਹਦੇ 'ਚ ਬਹੁਤ ਵੱਡਾ ਇੱਕ ਖਤਰਾ ਇਹ ਵੀ ਹੈ ਕਿ ਇਹ ਸ਼ੇਅਰਇਟ ਐਪਲੀਕੇਸ਼ਨ ਚੁੱਪ-ਚਪੀਤੇ ਤੁਹਾਡੇ ਉਹਨਾਂ OTPs ਨੂੰ ਰੀਡ ਕਰਕੇ ਅਤੇ ਕਿਸੇ ਇੱਕ ਸੀਕਰੇਟ ਸਰਵਰ ਦੇ ਉੱਤੇ ਭੇਜ ਸਕਦਾ, ਜਿਹਦੇ ਨਾਲ ਤੁਹਾਡਾ ਅਕਾਊਂਟ ਹੈਕ ਹੋ ਸਕਦਾ। ਸੋ ਇਹ ਪਰਮਿਸ਼ਨ ਬਹੁਤ ਸੋਚ ਸਮਝ ਕੇ ਸਾਨੂੰ ਦੇਣੀ ਪਏਗੀ। ਸਟੋਰੇਜ ਪਰਮਿਸ਼ਨ ਜਿਹੜੀ ਹੈ ਇਹ ਸ਼ੇਅਰਇਟ ਨੂੰ ਚਾਹੀਦੀ ਹੋਏਗੀ, ਕਿਉਂਕਿ ਜਿਹੜੀਆਂ ਫਾਈਲਾਂ ਤੁਸੀਂ ਸ਼ੇਅਰ ਕਰਦੇ ਹੋ ਉਹਨੂੰ ਕਿਤੇ ਨਾ ਕਿਤੇ ਸੇਵ ਕਰਨਾ ਪਏਗਾ। ਸੋ ਉਸ ਵਾਸਤੇ ਇਹ ਪਰਮਿਸ਼ਨ ਮੰਗੀ ਅਤੇ ਮੈਂ ਉਹ ਪਰਮਿਸ਼ਨ ਇਹਦੇ ਵਿੱਚ ਦੇ ਦਿੱਤੀ। ਸੋ ਜਦੋਂ ਵੀ ਯੂਜ਼ਰਸ ਆਪਣੀਆਂ ਕੋਈ ਐਪਸ ਇੰਸਟਾਲ ਕਰਨ ਤਾਂ ਉਹ ਸਭ ਤੋਂ ਪਹਿਲਾਂ ਇਹ ਜ਼ਰੂਰ ਦੇਖਣ ਕਿ ਕਿਹੜੀਆਂ-ਕਿਹੜੀਆਂ ਪਰਮਿਸ਼ਨਾਂ ਉਸ ਐਪ ਦੇ ਲਈ ਜ਼ਰੂਰੀ ਨੇ, ਸਿਰਫ ਉਹੀ ਪਰਮਿਸ਼ਨਾਂ ਨੂੰ ਅਲਾਓ ਕਰਨ ਔਰ ਜਿਹੜੀਆਂ ਪਰਮਿਸ਼ਨਾਂ ਨਹੀਂ ਚਾਹੀਦੀਆਂ ਉਹਨਾਂ ਪਰਮਿਸ਼ਨਾਂ ਨੂੰ ਸਟ੍ਰੇਟ ਫਾਰਵਰਡ ਡਿਨਾਈ ਕਰ ਦੇਣ। ਔਰ ਜੇ ਜ਼ਰੂਰਤ ਕੋਈ ਐਪ ਇੱਦਾਂ ਦੀਆਂ ਪਰਮਿਸ਼ਨਾਂ ਮੰਗਦੀ ਪਈ ਹੈ ਤੇ ਪੱਕੀ ਗੱਲ ਹੈ ਕਿ ਵਿੱਚ ਕੁਝ ਨਾ ਕੁਝ ਦਾਲ ਦੇ ਵਿੱਚ ਕਾਲਾ ਹੈ। ਸਰ ਇਹ ਜਿਹੜੀਆਂ ਸਾਰੀਆਂ ਹੀ ਜਿਹੜੀ ਐਪਸ ਨੇ ਜਾਂ ਵੈਬਸਾਈਟਸ ਨੇ ਜਿਹੜੀਆਂ ਉਹਨਾਂ ਦੇ ਵਿੱਚ ਹਰ ਇੱਕ ਦੇ ਵਿੱਚ ਇਸ ਤਰ੍ਹਾਂ ਦੀ ਜਿਹੜੀ ਹੈ ਕਿ ਸਿਕਿਉਰਿਟੀ ਜਿਹੜੇ ਕੁਐਸਚਨਸ ਨੇ ਉਹ ਪੁੱਛਦਾ, ਜਿਸ ਤਰ੍ਹਾਂ ਕਿ ਕਿ ਆਪਾਂ ਸ਼ੇਅਰਇਟ ਦੀ ਗੱਲ ਕੀਤੀ, ਇਹ ਹਰ ਇੱਕ ਐਪਲੀਕੇਸ਼ਨਸ ਤੇ ਵੈਬਸਾਈਟਸ ਦੇ ਵਿੱਚ ਹੁੰਦੀ ਹੈ ਕਿਸੇ ਦੇ ਵਿੱਚ? ਜੀ ਸਾਰੀਆਂ ਐਪਲੀਕੇਸ਼ਨ ਦੇ ਵਿੱਚ ਪਰਮਿਸ਼ਨ ਦੀ ਜ਼ਰੂਰਤ ਤਾਂ ਪਏਗੀ, ਕਿਉਂਕਿ ਤੁਸੀਂ ਜਦੋਂ ਫੋਨ ਦੇ ਵਿੱਚ ਐਪਲੀਕੇਸ਼ਨ ਨੂੰ ਯੂਜ਼ ਕਰੋਗੇ ਤੇ ਕੁਛ ਇੱਕ ਪਰਮਿਸ਼ਨਾਂ ਤਾਂ ਬਾਏ ਡਿਫਾਲਟ ਉਸ ਐਪ ਨੂੰ ਚਾਹੀਦੀਆਂ ਹੋਣਗੀਆਂ। ਲਾਈਕ ਉਹ ਤੁਹਾਡੇ ਫੋਨ ਦੇ ਉੱਤੇ ਕੁਝ ਸਟੋਰ ਕਰਨਾ ਚਾਹੁੰਦੇ ਨੇ ਤੇ ਉਹਦੀ ਪਰਮਿਸ਼ਨ ਦੇਣੀ ਪਏਗੀ। ਫੋਨ ਦੇ ਵਿੱਚ ਜੇ ਉਹ ਇੰਟਰਨੈਟ ਨੂੰ ਯੂਜ਼ ਕਰਨਾ ਚਾਹੁੰਦੇ ਨੇ ਤੇ ਉਹਦੀ ਪਰਮਿਸ਼ਨ ਦੇਣੀ ਪਏਗੀ। ਪਰ ਉਸ ਤੋਂ ਇਲਾਵਾ ਜੇ ਕੋਈ ਹੋਰ ਪਰਮਿਸ਼ਨਾਂ ਨੇ ਤੇ ਫਿਰ ਉਹ ਯੂਜ਼ ਕੇਸ 'ਤੇ ਡਿਪੈਂਡ ਕਰਦੀਆਂ ਕਿ ਕਿਆ ਉਹਦੀ ਜ਼ਰੂਰਤ ਹੈ ਕਿ ਨਹੀਂ ਹੈ। ਜੇ ਜ਼ਰੂਰਤ ਹੋਏਗੀ ਤਾਂ ਆਪਾਂ ਉਹਨੂੰ ਅਲਾਓ ਕਰਾਂਗੇ, ਜੇ ਉਹਦੀ ਜ਼ਰੂਰਤ ਨਹੀਂ ਹੈ ਤਾਂ ਫਿਰ ਆਪਾਂ ਨੂੰ ਉਹਨੂੰ ਕ੍ਰਾਸ ਕਰ ਦੇਣਾ ਚਾਹੀਦਾ ਹੈ। ਕੁਛ ਇੱਕ ਸਪੈਸ਼ਲ ਪਰਮਿਸ਼ਨਾਂ ਵੀ ਇਹਦੇ ਵਿੱਚ ਆਉਂਦੀਆਂ ਨੇ, ਲਾਈਕ ਕੋਈ ਐਪਲੀਕੇਸ਼ਨ ਤੁਹਾਡੇ ਫੋਨ ਦੀ ਸਕਰੀਨ ਦੇ ਕਿਸੇ ਦੂਸਰੀ ਐਪਲੀਕੇਸ਼ਨ ਦੇ ਉੱਤੇ ਡਰਾ ਕਰ ਸਕਦੀ ਹੈ ਕਿ ਨਹੀਂ ਕਰ ਸਕਦੀ ਹੈ। ਇਹ ਪਰਮਿਸ਼ਨ ਬੜੀ ਖਤਰਨਾਕ ਹੈ। ਕਈ ਵਾਰੀ ਕੀ ਹੁੰਦਾ ਹੈ ਕਿ ਫੇਸਬੁੱਕ ਜਾਂ ਕੋਈ ਹੋਰ ਐਪਲੀਕੇਸ਼ਨ ਦੇ ਉੱਤੇ ਇਹ ਐਪਲੀਕੇਸ਼ਨ ਰਨ ਹੋ ਜਾਂਦੀ ਹੈ ਔਰ ਤੁਹਾਨੂੰ ਫੇਸਬੁੱਕ ਵਰਗੀ ਕੋਈ ਵਿੰਡੋ ਦਿਖਾ ਦਿੰਦੀ ਹੈ ਵੀ ਤੁਸੀਂ ਇਹਦੇ ਵਿੱਚ ਆਪਣਾ ਯੂਜ਼ਰ ਨੇਮ ਅਤੇ ਪਾਸਵਰਡ ਭਰ ਦਿਓ। ਜਦੋਂ ਤੁਸੀਂ ਉਸ ਐਪਲੀਕੇਸ਼ਨ ਦੇ ਵਿੱਚ ਆਪਣਾ ਯੂਜ਼ਰ ਨੇਮ ਅਤੇ ਪਾਸਵਰਡ ਭਰ ਕੇ ਸੈਂਡ ਦੇ ਉੱਤੇ ਕਲਿੱਕ ਕਰੋਗੇ ਜਾਂ ਲੌਗਇਨ ਦੇ ਉੱਤੇ ਕਲਿੱਕ ਕਰੋਗੇ, ਉਹ ਐਪਲੀਕੇਸ਼ਨ ਚੁੱਪ-ਚੁਪੀਤੇ ਇਹ ਵਾਲਾ ਯੂਜ਼ਰ ਨੇਮ ਅਤੇ ਪਾਸਵਰਡ ਚੱਕ ਕੇ ਕਿ ਆਪਣੇ ਇੱਕ ਰਿਮੋਟ ਸਰਵਰ ਨੂੰ ਭੇਜ ਦੇਗੀ ਔਰ ਉਸ ਤੋਂ ਬਾਅਦ ਫਿਰ ਉਹੀ ਯੂਜ਼ਰ ਨੇਮ ਅਤੇ ਪਾਸਵਰਡ ਫੇਸਬੁੱਕ ਦੀ ਐਪਲੀਕੇਸ਼ਨ ਨੂੰ ਪਾਸ ਔਨ ਕਰਕੇ ਅਤੇ ਫੇਸਬੁੱਕ ਦੇ ਵਿੱਚ ਲੌਗਇਨ ਕਰ ਦੇਗੀ ਔਰ ਯੂਜ਼ਰ ਦੀ ਨੌਲੇਜ ਤੋਂ ਬਿਨਾਂ ਹੀ ਉਹਦਾ ਫੇਸਬੁੱਕ ਦਾ ਯੂਜ਼ਰ ਨੇਮ ਅਤੇ ਪਾਸਵਰਡ ਜਿਹੜਾ ਹੈ ਇਹ ਹੈਕ ਹੋ ਜਾਏਗਾ। ਸੋ ਇੱਦਾਂ ਦੀਆਂ ਕੁਛ ਐਪਲੀਕੇਸ਼ਨਾਂ ਇਹ ਗੂਗਲ ਪਲੇ ਸਟੋਰ ਤੋਂ ਹਟਾਈਆਂ ਗਈਆਂ ਨੇ। ਮੈਂ ਦਿਖਾਉਣਾ ਚਾਹਾਂਗਾ ਸਕਰੀਨ ਦੇ ਉੱਤੇ ਇਹਨਾਂ ਐਪਲੀਕੇਸ਼ਨਸ ਦੇ ਨਾਮ।
ਜਿਹੜੀਆਂ ਐਪਲੀਕੇਸ਼ਨਾਂ ਕੁਝ ਇਸ ਤਰ੍ਹਾਂ ਦੇ ਸਸਪੈਕਟਡ ਕੰਮ ਕਰਦੀਆਂ ਪਈਆਂ ਸੀ, ਉਹ ਐਪਲੀਕੇਸ਼ਨਸ ਗੂਗਲ ਨੇ ਰੀਸੈਂਟਲੀ ਉਹਨਾਂ ਐਪਲੀਕੇਸ਼ਨ ਨੂੰ ਆਇਡੈਂਟੀਫਾਈ ਕੀਤਾ ਤੇ ਉਹਨਾਂ ਐਪਲੀਕੇਸ਼ਨਸ ਨੂੰ ਉਹਨਾਂ ਨੇ ਆਪਣੇ ਪਲੇ ਸਟੋਰ ਤੋਂ ਹਟਾ ਲਿਆ। ਔਰ ਇਹ ਹੁਣ ਦੁਨੀਆ ਦੇ ਵਿੱਚ ਕਿਤੇ ਵੀ ਇਹ ਵਾਲੀਆਂ ਐਪਲੀਕੇਸ਼ਨ ਜਿਹੜੀਆਂ ਨੇ ਉਹ ਇੰਸਟਾਲ ਨਹੀਂ ਹੋ ਪਾਉਣਗੀਆਂ। ਸੋ ਸਰ ਇਸ ਦੇ ਨਾਲ ਜਿਹੜੀਆਂ ਹੈਗੀਆਂ ਜਿਹੜੇ ਸਾਡੇ ਜਿਸ ਤਰ੍ਹਾਂ ਤੁਸੀਂ ਯੂਜ਼ਰ ਨੇਮ ਪਾਸਵਰਡ ਦੀ ਗੱਲ ਕੀਤੀ, ਹੁਣ ਸਾਡੇ ਜਿਹੜੇ ਕਿ ਮੋਸਟਲੀ ਜਿਹੜੇ ਆਫੀਸ਼ੀਅਲ ਕੰਮ ਨੇ ਸਾਰੇ ਈਮੇਲਸ ਦੇ ਥਰੂ ਹੁੰਦੇ ਨੇ ਔਰ ਮੈਕਸਿਮਮ ਜਿਹੜਾ ਕੰਮ ਹੈ WhatsApp ਦੇ ਥਰੂ ਵੀ ਚੱਲ ਰਿਹਾ। ਸਮੁੱਚੀ ਦੁਨੀਆ ਦੇ ਵਿੱਚ ਜਿਹੜਾ ਹੈ ਕਿ ਸਰਵਿਸ ਹੋਵੇ ਚਾਹੇ ਬਿਜ਼ਨਸ ਹੋਵੇ, ਹਰ ਚੀਜ਼ ਅੱਜ ਦੀ ਤਾਰੀਖ ਦੇ ਵਿੱਚ ਜਿਹੜਾ ਹੈ ਕਿ WhatsApp ਤੇ ਡਿਪੈਂਡ ਹੋ ਗਿਆ ਔਰ WhatsApp ਔਰ Facebook ਦੇ ਉੱਤੇ ਹੋ ਗਿਆ। Facebook ਤੇ ਜਿੱਦਾਂ ਸ਼ੇਅਰਸ ਹੁੰਦੇ ਨੇ ਔਰ WhatsApp ਦੇ ਵਿੱਚ ਤੁਸੀਂ ਆਪਣੇ ਕਿਸੇ ਵੀ ਕੰਮ ਦੇ ਰਿਗਾਰਡਿੰਗ ਤੁਸੀਂ ਗੱਲਬਾਤ ਕਰ ਸਕਦੇ, ਮੀਟਿੰਗਸ ਕਰ ਸਕਦੇ। ਉਹ ਕਿੰਨੇ ਸੁਰੱਖਿਅਤ ਨੇ, ਥੋੜਾ ਉਹਦੇ ਬਾਰੇ ਵੀ ਦੱਸ ਦੇਣਾ। ਜੇ ਉਹਦੇ ਵਿੱਚ ਕਿਵੇਂ ਬੰਦਾ ਆਪਣੇ ਆਪ ਨੂੰ ਸੁਰੱਖਿਅਤ ਰੱਖ ਸਕਦਾ ਉਹ ਵੀ ਦੱਸ ਦੇਣਾ। WhatsApp ਦੀ ਜੇ ਆਪਾਂ ਗੱਲ ਕਰੀਏ ਤੇ WhatsApp ਤੇ ਕਲੇਮ ਕਰਦਾ ਹੈ ਕਿ ਉਹ ਐਂਡ ਟੂ ਐਂਡ ਸਿਕਿਉਰਿਟੀ ਇਨਫੋਰਸ ਕਰਦੇ ਨੇ ਕਿ ਜਦੋਂ ਕੋਈ ਡੇਟਾ ਤੁਹਾਡੇ ਫੋਨ ਤੋਂ ਬਾਹਰ ਨਿਕਲੇਗਾ ਤੇ ਉਹ ਇੱਕ ਇਨਕ੍ਰਿਪਟਡ ਫਾਰਮ ਦੇ ਵਿੱਚ ਨਿਕਲੇਗਾ ਜਿਹਨੂੰ ਬਾਹਰ ਦੀ ਦੁਨੀਆ ਦਾ ਕੋਈ ਵੀ ਬੰਦਾ ਨਹੀਂ ਸਮਝ ਸਕਦਾ। ਸਿਰਫ ਆਪਣੇ ਡੈਸਟੀਨੇਸ਼ਨ ਤੇ ਪਹੁੰਚ ਕੇ ਜਿਸ ਬੰਦੇ ਨੂੰ ਤੁਸੀਂ ਉਹ ਮੈਸੇਜ ਭੇਜਿਆ ਸਿਰਫ ਉਹੀ ਬੰਦਾ ਉਸ ਮੈਸੇਜ ਨੂੰ ਡਿਕ੍ਰਿਪਟ ਕਰਕੇ ਰੱਖ ਸਕਦਾ। ਪਰ ਇਹਦੇ 'ਚ ਵੀ ਬੜੀ ਖਿਆਲ ਰੱਖਣ ਵਾਲੀ ਲੋੜ ਹੈ ਕਿਉਂਕਿ WhatsApp ਦੀਆਂ ਫੇਕ ਐਪਲੀਕੇਸ਼ਨਸ ਵੀ ਕਾਫੀ ਸਾਰੀਆਂ ਇੰਟਰਨੈਟ ਦੇ ਉੱਤੇ ਅਵੇਲੇਬਲ ਹੈਗੀਆਂ ਨੇ। ਸੋ ਮੈਂ ਦਰਸ਼ਕਾਂ ਨੂੰ ਇਹੀ ਕਹਾਂਗਾ ਕਿ ਤੁਸੀਂ ਜਦੋਂ ਵੀ ਕੋਈ ਐਪਲੀਕੇਸ਼ਨ ਇੰਸਟਾਲ ਕਰਨੀ ਹੈ ਤੇ ਆਥੈਂਟਿਕ ਸੋਰਸ ਤੋਂ, ਪਲੇ ਸਟੋਰ ਤੋਂ ਜਾਂ ਐਪ ਸਟੋਰ ਤੋਂ ਹੀ ਡਾਊਨਲੋਡ ਕਰੋ। ਕਿਸੇ ਥਰਡ ਪਾਰਟੀ ਦੀ ਭੇਜੀ ਹੋਈ ਐਪਲੀਕੇਸ਼ਨ ਨੂੰ ਆਪਣੇ ਫੋਨ ਦੇ ਵਿੱਚ ਕਦੇ ਵੀ ਇੰਸਟਾਲ ਨਾ ਕਰੋ ਕਿਉਂਕਿ ਉਹਦੇ ਵਿੱਚ ਹੈਕਿੰਗ ਦੇ ਚਾਂਸਸ ਬਹੁਤ ਜ਼ਿਆਦਾ ਹੁੰਦੇ ਨੇ ਔਰ ਕਿਤੇ ਇਹ ਨਾ ਹੋਵੇ ਕਿ ਓਰੀਜਨਲ ਐਪਲੀਕੇਸ਼ਨ ਦੀ ਬਜਾਏ ਤੁਸੀਂ ਹੈਕ ਕੀਤੀ ਹੋਈ ਐਪਲੀਕੇਸ਼ਨ ਡਾਊਨਲੋਡ ਕਰ ਲਓ ਔਰ ਉਹਨੂੰ ਆਪਣੇ ਫੋਨ ਦੇ ਵਿੱਚ ਇੰਸਟਾਲ ਕਰ ਲਓ। ਸਰ ਇਸ ਨਾਲ ਕਈ ਵਾਰ ਅਸੀਂ WhatsApp ਤੇ ਅਸੀਂ ਇਹ ਦੇਖਦੇ ਹਾਂ, ਚਾਹੇ ਅਸੀਂ ਕਿਸੇ ਗਰੁੱਪ ਦੇ ਵਿੱਚ ਹੈਗੇ ਆ ਜਾਂ ਕਿਸੇ ਪਰਸਨ ਵੱਲੋਂ ਆ ਜਾਂਦਾ ABC ਪਰਸਨ ਨੇ ਸਿਕਿਉਰਿਟੀ ਕੋਡ ਚੇਂਜ ਕਰ ਲਿਆ। ਸਰ ਉਹ ਕਿਉਂ ਲੋੜ ਪੈਂਦੀ ਹੈ ਸਿਕਿਉਰਿਟੀ ਕੋਡ ਚੇਂਜ ਕਰਨ ਦੀ ਔਰ ਕਿੰਨੀ ਦੇਰ ਬਾਅਦ ਪੈਂਦੀ ਹੈ? ਜਦੋਂ ਅਸੀਂ WhatsApp ਦੀ ਗੱਲ ਕਰੀਏ ਇਹਦੇ ਤੇ ਕਈ ਵਾਰੀ ਕੀ ਹੁੰਦਾ ਹੈ ਕਿ ਅਸੀਂ ਕੋਈ ਅਨਨੋਨ ਗਰੁੱਪਸ ਨੂੰ ਬਾਈ ਚਾਂਸ ਜੁਆਇਨ ਕਰ ਲੈਂਦੇ ਹਾਂ ਤੇ ਜਾਂ ਕਿਸੇ ਅਨਨੋਨ ਪਰਸਨ ਤੋਂ ਸਾਨੂੰ ਕੋਈ ਮੈਸੇਜ ਆਉਂਦਾ, ਉਹ ਮੈਸੇਜ ਦੇ ਵਿੱਚ ਲਿਖਿਆ ਹੁੰਦਾ ਕਿ ਤੁਸੀਂ ਇਸ ਲਿੰਕ ਦੇ ਉੱਤੇ ਕਲਿੱਕ ਕਰੋ ਤੇ ਤੁਹਾਡੇ WhatsApp ਦੇ ਵਿੱਚ ਕੋਈ ਨਵਾਂ ਫੀਚਰ ਇਨੇਬਲ ਹੋ ਜਾਏਗਾ। ਅਸੀਂ ਜਾਣੇ ਅਣਜਾਣੇ ਦੇ ਵਿੱਚ ਉਸ ਬਟਨ ਦੇ ਉੱਤੇ ਕਲਿੱਕ ਕਰ ਦਿੰਦੇ ਹਾਂ ਔਰ ਉਹ ਜਦੋਂ ਲਿੰਕ ਦੇ ਉੱਤੇ ਕਲਿੱਕ ਕਰਾਂਗੇ ਤੇ ਉਹ ਸਾਨੂੰ ਇੱਕ ਅਣਜਾਣੀ ਵੈਬਸਾਈਟ ਤੋਂ ਇੱਕ WhatsApp ਦੀ ਕੋਈ ਦੂਸਰੀ ਫਾਈਲ ਡਾਊਨਲੋਡ ਕਰਕੇ ਤੁਹਾਡੇ ਫੋਨ ਦੇ ਵਿੱਚ ਇੰਸਟਾਲ ਕਰ ਦੇਗਾ ਜਿਹੜੀ ਕਿ ਬਹੁਤ ਹੀ ਖਤਰਨਾਕ ਹੈ ਔਰ ਉਹ ਤੁਹਾਡੇ ਫੋਨ ਦਾ ਸਾਰਾ ਡੇਟਾ ਰੀਡ ਕਰਨਾ ਸ਼ੁਰੂ ਕਰ ਦੇਗੀ। ਤੁਹਾਡੇ ਤੇ ਸਰਵੇਲੈਂਸ ਵੀ ਰੱਖ ਸਕਦੀ ਹੈ ਜਾਂ ਤੁਹਾਡੇ ਫੋਨ ਦੇ ਵਿੱਚ ਜਿਹੜੀਆਂ ਇੰਪੋਰਟੈਂਟ ਫਾਈਲਾਂ ਨੇ ਉਹਨਾਂ ਨੂੰ ਡਿਲੀਟ ਵੀ ਕਰ ਸਕਦੀ ਹੈ। ਸੋ ਇਹਨਾਂ ਚੀਜ਼ਾਂ ਤੋਂ ਸਾਨੂੰ ਬਚਣਾ ਚਾਹੀਦਾ ਹੈ ਤੇ ਆਪਣੇ ਸਿਕਿਉਰਿਟੀ ਕੋਡ ਨੂੰ ਬਦਲਦੇ ਰਹਿਣਾ ਚਾਹੀਦਾ। ਕਿੰਨੀ ਕੁ ਦੇਰ ਬਾਅਦ ਬਦਲਦੇ ਰਹਿਣਾ ਚਾਹੀਦਾ ਔਰ ਕਿੰਨਾ ਕੁ ਸਮਾਂ ਮਤਲਬ ਕਿ ਬਦਲਣ ਤੋਂ ਬਾਅਦ ਜਿਹੜਾ ਕਿ ਉਸ ਦਾ ਇੰਤਜ਼ਾਰ ਕਰਨੀ ਚਾਹੀਦੀ? ਦੇਖੋ ਇਹਦੇ ਵਿੱਚ ਕੋਈ ਹਾਰਡ ਐਂਡ ਫਾਸਟ ਰੂਲ ਨਹੀਂ ਹੈ ਕਿ ਕਿੰਨੀ ਕੁ ਦੇਰ ਬਾਅਦ। ਜੇ ਜਿਸ ਤਰ੍ਹਾਂ ਹੁਣ ਮੈਨੂੰ ਲੱਗਦਾ ਵੀ ਮੁੱਦਤਾਂ ਹੀ ਹੋ ਗਈਆਂ ਹੋਣਗੀਆਂ ਚੇਂਜ ਕੀਤੇ ਹੋਏ ਆਪਣੇ WhatsApp ਦਾ ਕੋਡ ਕਿਉਂਕਿ ਮੈਨੂੰ ਪਤਾ ਹੈ ਕਿ ਮੈਂ ਆਪਣੇ ਫੋਨ ਨੂੰ ਬਹੁਤ ਸੇਫਲੀ ਯੂਜ਼ ਕਰਦਾ। ਮੈਂ ਕੋਈ ਵੀ ਐਕਸਟਰਨਲ ਲਿੰਕ ਨੂੰ ਕਲਿੱਕ ਨਹੀਂ ਕਰਦਾ ਔਰ ਕੋਈ ਵੀ ਜੇ ਮੈਨੂੰ ਕੋਈ ਕਲਿੱਕ ਕਰਨ ਵਾਸਤੇ ਜਾਂ ਕੋਈ ਪ੍ਰੋਮਪਟ ਆਉਂਦੀ ਹੈ ਕਿ ਇਸ ਚੀਜ਼ ਨੂੰ ਕਰਨਾ ਹੈ ਕਿ ਨਹੀਂ ਕਰਨਾ, ਮੈਂ ਪਹਿਲਾਂ ਪ੍ਰੋਪਰਲੀ ਉਸ ਮੈਸੇਜ ਨੂੰ ਪੜ੍ਹਦਾ, ਉਹਨੂੰ ਸਮਝਦਾ ਔਰ ਫਿਰ ਉਹਦੇ ਯੈਸ ਜਾਂ ਨੋ ਦੇ ਉੱਤੇ ਕਲਿੱਕ ਕਰਦਾ। ਸੋ ਜਿਹੜੇ ਲੋਕ ਥੋੜ੍ਹੇ ਜਲਦਬਾਜ਼ੀ ਦੇ ਵਿੱਚ ਰਹਿੰਦੇ ਨੇ ਔਰ ਜਿਹਨਾਂ ਨੂੰ ਅਲੱਗ-ਅਲੱਗ ਸਾਈਟਸ ਦੇ ਉੱਤੇ ਵਿਜ਼ਿਟ ਕਰਦੇ ਰਹਿੰਦੇ ਨੇ ਉਹਨਾਂ ਦੇ ਵਿੱਚ ਇਸ ਚੀਜ਼ ਦਾ ਖਤਰਾ ਜ਼ਿਆਦਾ ਰਹਿੰਦਾ ਔਰ ਉਹਨਾਂ ਨੂੰ ਆਪਣੇ ਸਿਕਿਉਰਿਟੀ ਕੋਡ ਬਦਲਦੇ ਰਹਿਣਾ ਚਾਹੀਦਾ। ਮੇਬੀ ਹਫਤੇ ਦੇ ਵਿੱਚ ਇੱਕ ਵਾਰੀ ਤੁਸੀਂ ਜਾਂ 15 ਦਿਨੀ ਇੱਕ ਵਾਰੀ ਆਪਣਾ ਸਿਕਿਉਰਿਟੀ ਕੋਡ ਜ਼ਰੂਰ ਬਦਲੋ। ਇਸ ਦੇ ਨਾਲ ਸਰ ਜਿਸ ਤਰ੍ਹਾਂ ਕਿ ਸਾਡੇ ਜਿਹੜੇ ਨੇ ਕਿ ਪਹਿਲਾਂ ਸੇਵਾ ਮੁਕਤ ਸਾਡੇ ਬ੍ਰਿਗੇਡੀਅਰ ਸੀਗੇ ਮਹਿੰਦਰ ਪ੍ਰਤਾਪ ਸਿੰਘ ਬਾਜਵਾ, ਉਹਨਾਂ ਵੱਲੋਂ ਖਸਰਾ ਜਾਰੀ ਕੀਤਾ ਗਿਆ ਸੀਗਾ ਕਿ ਜਿਹੜਾ ਕਿ ਸਾਡੇ ਵੱਲ ਜਿਹੜਾ ਡਾਟਾ ਹੈ ਕਿ 100% ਲੀਕੇਜ ਜਿਹੜੀ ਹੁੰਦੀ ਆ ਔਰ ਅਸੀਂ ਜਿਹੜਾ ਹੈ ਕਿ ਦੁਸ਼ਮਣਾਂ ਦਾ ਡਾਟਾ ਬਿਲਕੁਲ ਨਹੀਂ ਦੇਖ ਸਕਦੇ, ਪਰ ਉਹ ਸਾਡੀ ਖੁਫੀਆ ਜਿਹੜੀ ਸਾਡੇ ਦੇਸ਼ ਦੀ ਜਾਣਕਾਰੀ ਆ ਉਹ ਹਰ ਵੇਲੇ ਉਸ ਦੀ ਪੈਣੀ ਨਜ਼ਰ ਰਹਿੰਦੀ ਹੈ। ਸਰ ਇਸ ਦੇ ਉੱਤੇ ਤੁਹਾਨੂੰ ਕੀ ਲੱਗਦਾ ਜਿਹੜੀ ਸਾਡੀ ਸਾਈਬਰ ਸਿਕਿਉਰਿਟੀ ਹੈ ਅਸੀਂ ਕਿਸ ਤਰ੍ਹਾਂ ਉਹਨੂੰ ਸਟਰੋਂਗ ਕਰ ਸਕਦੇ ਔਰ ਕਿੰਨੀ ਕੁ ਵੀਕ ਹੈ ਜਿਹੜੀ, ਥੋੜ੍ਹਾ ਉਸ ਬਾਰੇ ਵੀ ਸਰ ਥੋੜ੍ਹਾ ਜਾਣਕਾਰੀ ਦੇਣਾ ਕਿਉਂਕਿ ਇੱਕ ਜਿਹੜਾ ਇਸ ਨਾਲ ਜਿਹੜਾ ਇੱਕ ਪੈਨਿਕ ਦਾ ਮਾਹੌਲ ਜਿਹੜਾ ਹੈ ਕਿ ਕ੍ਰੀਏਟ ਹੁੰਦਾ ਹੈ ਕਿ ਸਾਨੂੰ ਹਰ ਵੇਲੇ ਡਰ ਵੀ ਲੱਗਿਆ ਰਹਿੰਦਾ ਕਿ ਜਿਹੜਾ ਸਾਡਾ ਦੇਸ਼ ਆ ਉਸ ਦੀ ਜਿਹੜੀ ਇੱਕ ਖੁਫੀਆ ਜਾਣਕਾਰੀ ਹੈ, ਜਿਹੜੀ ਮਹੱਤਵਪੂਰਨ ਜਿਹੜੀ ਇਨਫੋਰਮੇਸ਼ਨਸ ਨੇ ਸਾਡੀਆਂ ਦੇਸ਼ ਦੀਆਂ ਉਹ ਕਿੰਨੀਆਂ ਕੁ ਸੁਰੱਖਿਅਤ ਨੇ? ਜੀ ਇਹ ਗੱਲ ਮੀਡੀਆ 'ਚ ਬਾਰ-ਬਾਰ ਉੱਠਦੀ ਰਹੀ ਹੈ ਔਰ ਬੀਤੇ 1-2 ਦਿਨਾਂ ਦੇ ਵਿੱਚ ਜਾਖੜ ਸਾਹਿਬ ਨੇ ਵੀ ਇਸ ਚੀਜ਼ 'ਤੇ ਸਵਾਲ ਉਠਾਇਆ ਸੀ ਕਿ ਸਾਡੇ ਰਾਜਨਾਥ ਸਿੰਘ ਜੀ ਨੇ ਡਿਫੈਂਸ ਪਰਸਨਲ ਨਾਲ ਗੱਲਬਾਤ ਕੀਤੀ ਔਰ ਜ਼ੂਮ ਦੇ ਉੱਤੇ ਕੋਈ ਮੀਟਿੰਗ ਕੀਤੀ ਹੈ। तो मैं ये कहना चाहांगा कि जूम ऐप जी है ये हालांकि है तो चाहे US बेस्ड ही ऐप है पर ये डेवलपर्स जोड़े ने वो ज़्यादातर चाइना दे विच ने। सो हो सकता है कि कंपनी दे नॉलेज तो बिना ही उन्होंने कुछ ना कुछ इहो जी विच कोडिंग की होवे जिहड़ी कि तुहाडे उत्ते सर्वेलेंस रख सके। सो सानू इहो जिहियां ऐप्स तो थोड़ा बच के रहना पएगा
ਤੋ ਔਰ ਹੁਣ ਤੇ ਇੰਡੀਆ ਦੇ ਵਿੱਚ ਸਾਡੇ ਪ੍ਰਧਾਨ ਮੰਤਰੀ ਨੇ ਬਹੁਤ ਸਾਰੇ ਇਨੀਸ਼ੀਏਟਿਵ ਲਏ ਨੇ ਔਰ ਨਵੀਆਂ ਐਪਸ ਬਹੁਤ ਬਣਨੀਆਂ ਸ਼ੁਰੂ ਹੋ ਗਈਆਂ ਨੇ। ਰੀਸੈਂਟਲੀ ਜੀਓ ਮੀਟ ਨੇ ਵੀ ਸਪੀਡ ਪਕੜਨੀ ਸ਼ੁਰੂ ਕੀਤੀ ਹੈ ਤੇ ਸਾਨੂੰ ਬਾਹਰ ਦੀਆਂ ਐਪਸ ਲੈਣ ਦੀ ਬਜਾਏ ਆਪਣੇ ਡੋਮੈਸਟਿਕ ਐਪਸ ਦੇ ਉੱਤੇ ਜਿਹੜੀ ਰਿਲਾਇਬਿਲਟੀ ਜ਼ਿਆਦਾ ਰੱਖਣੀ ਚਾਹੀਦੀ ਹੈ। ਸੋ ਇਹਦੇ ਨਾਲ ਹੋਰ ਬੜੇ ਫਾਇਦੇ ਨੇ। ਇੱਕ ਤੇ ਆਪਣੇ ਦੇਸ਼ ਦੀ ਜਿਹੜੀ ਇਨਫੋਰਮੇਸ਼ਨ ਹੈ ਉਹ ਆਪਣੇ ਦੇਸ਼ ਦੇ ਅੰਦਰ ਰਹੇਗੀ। ਦੂਸਰਾ ਇੱਥੇ ਐਪਸ ਦੀ ਇੱਕ ਮਾਰਕੀਟ ਨੂੰ ਬੜਾ ਬੂਮ ਮਿਲੇਗਾ। ਨਵਾਂ ਯੂਥ ਜਿਹੜਾ ਹੈ ਆਈਟੀ ਪ੍ਰੋਫੈਸ਼ਨਲਸ ਦੀ ਆਉਣ ਵਾਲੇ ਟਾਈਮ ਦੇ ਵਿੱਚ ਬੜੀ ਲੋੜ ਹੋਏਗੀ। ਜਿਹੜੇ ਸਿਕਿਉਰਿਟੀ ਐਕਸਪਰਟ ਹੋਣਗੇ ਉਹਨਾਂ ਦੀ ਬੜੀ ਲੋੜ ਹੋਏਗੀ। ਐਪਲੀਕੇਸ਼ਨ ਡਿਵੈਲਪਰਸ ਦੀ ਬੜੀ ਲੋੜ ਹੋਏਗੀ ਔਰ ਐਡੀ ਵੱਡੀ ਪਬਲਿਕ ਨੂੰ ਕੇਟਰ ਕਰਨਾ ਇਟਸ ਅ ਬਿਗ ਥਿੰਗ। ਨਾਲ ਮੇਰੇ ਮਨ 'ਚ ਇੱਕ ਹੋਰ ਸਵਾਲ ਆਉਂਦਾ ਹੈ ਕਿ ਜਿਸ ਬੰਦੇ ਨੇ ਕੋਈ ਵੀ ਐਪਲੀਕੇਸ਼ਨ ਉਹਨੇ ਹੈਕ ਕਰਨੀ ਹੈ ਜਾਂ ਖੁਫੀਆ ਜਾਣਕਾਰੀ ਲੈਣੀ ਹੈ, ਚਾਹੇ ਅਸੀਂ ਭਾਰਤੀ ਐਪ ਅਸੀਂ 100 ਬਣਾ ਲਈਏ ਤੇ ਉਹਨਾਂ ਐਪਸ ਦੇ ਉੱਤੇ ਵੀ ਅਸੀਂ ਕਿੰਨੇ ਕੁ ਸੁਰੱਖਿਅਤ ਰਹਾਂਗੇ। ਜਿਸਨੇ ਆਨਲਾਈਨ ਅਟੈਕ ਕਰਨਾ ਉਸਨੇ ਤਾਂ ਕਰ ਹੀ ਦੇਣਾ, ਸਾਨੂੰ ਉਸ ਦੇ ਵਿੱਚ ਕਿਹੜੀ ਕਿਹੜੀ ਚੀਜ਼ਾਂ ਦਾ ਧਿਆਨ ਰੱਖਣ ਦੀ ਲੋੜ ਹੈ? ਦੇਖੋ ਸੌਫਟਵੇਅਰ ਲਾਈਨ ਦੇ ਵਿੱਚ ਅਸੀਂ ਇਹ ਕਹਿ ਕੇ ਚੱਲਦੇ ਹਾਂ ਕਿ ਜਦੋਂ ਅਸੀਂ ਇੱਕ ਕੋਈ ਸੌਫਟਵੇਅਰ ਰਿਲੀਜ਼ ਕਰਦੇ ਹਾਂ ਤੇ ਉਹ 100% ਸਿਕਿਉਰ ਹੈ, ਅਸੀਂ ਇਹ ਕਦੀ ਵੀ ਕਲੇਮ ਨਹੀਂ ਕਰ ਸਕਦੇ। ਈਵਨ ਨਾਸਾ ਦੀ ਵੈਬਸਾਈਟ ਵੀ ਕਈ ਵਾਰੀ ਹੈਕ ਹੋਈ ਹੈ, ਵਾਈਟ ਹਾਊਸ ਦੀ ਵੈਬਸਾਈਟ ਵੀ ਕਈ ਵਾਰੀ ਹੈਕ ਹੋਈ ਹੈ। ਸੋ ਇਹਦੇ ਵਿੱਚ ਹੈਕ ਹੋਣ ਦੇ ਵਿੱਚ ਜਿਹੜੀ ਹੈ ਉਹ ਉਹਨਾਂ ਦੇ ਐਡਮਿਨਿਸਟ੍ਰੇਟਰਸ ਦੀ ਅਣਗਹਿਲੀ ਕਿਸੇ ਵੇਲੇ ਰਹਿ ਜਾਂਦੀ ਹੈ। ਸੋ ਇਹਨਾਂ ਚੀਜ਼ਾਂ ਨੂੰ ਸਾਨੂੰ ਦੇਖਣਾ ਪਏਗਾ। ਜਦੋਂ ਵੀ ਤੁਸੀਂ ਕੋਈ ਸੌਫਟਵੇਅਰ ਯੂਜ਼ ਕਰ ਰਹੇ ਹੋ ਜਾਂ ਕੋਈ ਐਪ ਯੂਜ਼ ਕਰ ਰਹੇ ਹੋ, ਉਹਦੇ ਅਪਡੇਟਸ ਨੂੰ ਹਮੇਸ਼ਾ ਸਾਨੂੰ ਅਸੈਪਟ ਕਰਨਾ ਚਾਹੀਦਾ। ਕਈ ਵਾਰੀ ਕੀ ਹੁੰਦਾ ਹੈ ਕਿ ਅਸੀਂ ਅਪਡੇਟਸ ਨੂੰ ਬੰਦ ਕਰ ਦਿੰਦੇ ਹਾਂ ਔਰ ਉਹਨਾਂ ਐਪਸ ਦੇ ਵਿੱਚ ਅਸੀਂ ਕਹਿੰਦੇ ਹਾਂ ਕਿ ਨਹੀਂ ਅਸੀਂ ਨਵੇਂ ਅਪਡੇਟਸ ਨਹੀਂ ਲੈਣੇ, ਅਸੀਂ ਪੁਰਾਣੀ ਵਾਲੀ ਐਪ ਤੋਂ ਖੁਸ਼ ਹੈਗੇ ਹਾਂ। ਸੋ ਕੀ ਹੁੰਦਾ ਹੈ ਕਿ ਪੁਰਾਣੀ ਐਪ ਦੇ ਵਿੱਚ ਕਈ ਵਾਰੀ ਕੁਝ ਸਿਕਿਉਰਿਟੀ ਖਾਮੀਆਂ ਹੁੰਦੀਆਂ ਨੇ। ਉਹ ਸਿਕਿਉਰਿਟੀ ਖਾਮੀਆਂ ਦੇ ਕਰਕੇ ਹੀ ਐਪ ਦੇ ਨਵੇਂ ਵਰਜ਼ਨ ਜਾਂ ਵੈਬਸਾਈਟ ਦੇ ਜਾਂ ਸੌਫਟਵੇਅਰ ਦੇ ਨਵੇਂ ਵਰਜ਼ਨ ਆਉਂਦੇ ਰਹਿੰਦੇ ਨੇ ਅਤੇ ਸਾਨੂੰ ਉਹ ਰੈਗੂਲਰਲੀ ਚੈੱਕ ਕਰਦੇ ਰਹਿਣਾ ਚਾਹੀਦਾ। ਗੌਰਮੈਂਟ ਦੀਆਂ ਵੀ ਕਈ ਇਹੋ ਜਿਹੀਆਂ ਸਾਈਟਸ ਹੈਗੀਆਂ ਨੇ ਜਾਂ ਕਮਿਊਨਿਟੀਜ਼ ਨੇ ਜਿਹੜੀਆਂ ਇਹਨਾਂ ਚੀਜ਼ਾਂ ਦੇ ਉੱਤੇ ਲਗਾਤਾਰ ਕੰਮ ਕਰਦੀਆਂ, ਉਹ ਇਹਨਾਂ ਖਾਮੀਆਂ ਨੂੰ ਉਜਾਗਰ ਕਰਦੀਆਂ ਰਹਿੰਦੀਆਂ ਔਰ ਸੌਫਟਵੇਅਰ ਕੰਪਨੀਆਂ ਉਹਨਾਂ ਕਮਿਊਨਿਟੀਜ਼ ਦੀ ਹੈਲਪ ਲੈਂਦੀਆਂ। ਮੈਂ ਦੇਖਦੀਆਂ ਕਿ ਕਿਹੜੀ ਖਾਮੀ ਉਹਨਾਂ ਦੇ ਸੌਫਟਵੇਅਰ ਦੇ ਵਿੱਚ ਆ ਔਰ ਆਪਣੇ ਆਉਣ ਵਾਲੇ ਅਪਡੇਟਸ ਦੇ ਵਿੱਚ ਉਹਨਾਂ ਖਾਮੀਆਂ ਨੂੰ ਦੂਰ ਕੀਤਾ ਜਾਂਦਾ। ਸੋ ਮੈਂ ਹਮੇਸ਼ਾ ਇਹ ਕਹਾਂਗਾ ਕਿ ਆਪਣੇ ਫ਼ੋਨ ਨੂੰ ਔਰ ਆਪਣੀਆਂ ਐਪਸ ਨੂੰ ਹਮੇਸ਼ਾ ਅਪਡੇਟਡ ਰੱਖੋ ਅਤੇ ਪੁਰਾਣੀਆਂ ਐਪਸ ਨੂੰ ਕੋਸ਼ਿਸ਼ ਕਰੋ ਕਿ ਕੁਛ ਦੇਰ ਬਾਅਦ ਟਾਈਮ ਆਊਟ ਕਰ ਦਿੱਤਾ ਜਾਵੇ। ਇਸ ਦੇ ਨਾਲ ਇਹ ਤਾਂ ਸਾਡੀ ਐਪਲੀਕੇਸ਼ਨਸ ਦੀ ਗੱਲ, ਇਸ ਨਾਲ ਮੈਂ ਇੱਕ ਹੋਰ ਗੱਲ ਤੁਹਾਡੇ ਤੋਂ ਜਾਣਨਾ ਚਾਹੂੰਗਾ। ਜਿਸ ਤਰ੍ਹਾਂ ਕਿ ਹੁਣ ਸਾਨੂੰ ਪਤਾ ਹੈ ਕਿ ਜਿਹੜਾ ਸਾਡਾ ਮੋਬਾਈਲ ਹੈ ਇਹ ਮੋਸਟਲੀ ਚਾਈਨਾ ਬੇਸਡ ਨੇ, ਅਸੈਂਬਲਡ ਜਿਹੜੇ ਨੇ ਚਾਈਨਾ ਤੋਂ ਹੁੰਦੇ ਨੇ ਔਰ ਇਸ ਦੇ ਨਾਲ ਮੇਰੀ ਸੂਚਨਾ ਦੇ ਮੁਤਾਬਕ ਇਹ ਹੈ ਕਿ ਜਦੋਂ ਅਸੈਂਬਲ ਹੁੰਦੇ ਨੇ ਇਹਨਾਂ ਦੇ ਵਿੱਚ ਇੱਕ ਇਹੋ ਜਿਹੀ ਚਿਪ ਲਗਾ ਦਿੱਤੀ ਜਾਂਦੀ ਹੈ ਜਿਹੜੀ ਆਰਟੀਫਿਸ਼ੀਅਲ ਇੰਟੈਲੀਜੈਂਸ ਦਾ ਕੰਮ ਕਰਦੀ ਹੈ। ਜੇ ਮੈਂ ਹੁਣ ਤੁਹਾਡੇ ਨਾਲ ਵੀ ਮੈਂ ਗੱਲ ਕਰ ਰਿਹਾ, ਤੁਹਾਡੀ ਇੰਟਰਵਿਊ ਵੀ ਗੱਲ ਕਰ ਰਹੇ ਹਾਂ ਅਤੇ ਉਹ ਚਿਪ ਜਿਹੜੀ ਹੈ, ਫੋਨ ਮੇਰਾ ਬਿਲਕੁਲ ਬੰਦ ਪਿਆ ਇਸ ਟਾਈਮ, ਬਿਲਕੁਲ ਵਰਕ ਨਹੀਂ ਕਰ ਰਿਹਾ ਮੈਂ, ਪਰ ਫਿਰ ਵੀ ਉਹ ਉਸ ਚੀਜ਼ ਨੂੰ ਕੈਚ ਕਰ ਰਹੀ ਹੈ, ਉਸ ਨੂੰ ਸਟੋਰ ਕਰ ਰਹੀ ਹੈ, ਕਿਸੇ ਵੀ ਸਰਵਰ 'ਤੇ ਕਰ ਸਕਦੀ ਹੈ। ਕਿ ਕੋਈ ਮਤਲਬ ਕਿ ਅਸੀਂ ਕੋਈ ਇੰਪੋਰਟੈਂਟ ਗੱਲ ਵੀ ਕਰ ਰਹੇ ਹਾਂ ਤਾਂ ਸਾਡਾ ਫੋਨ ਜਿਹੜਾ ਕਿ ਪੂਰਾ ਸੁਣ ਰਿਹਾ। ਜਿਸ ਤਰ੍ਹਾਂ ਇਹ ਦੀਵਾਰਾਂ ਦੇ ਵੀ ਕੰਨ ਹੁੰਦੇ ਨੇ, ਹੁਣ ਇਹ ਕਿ ਸਾਡੇ ਕੋਲ ਜਿਹੜੇ ਮੋਬਾਈਲ ਨੇ ਇਹਨਾਂ ਦੇ ਵੀ ਕੰਨ ਨੇ। ਸਰ ਇਸ ਦੇ ਬਾਰੇ ਥੋੜ੍ਹੀ ਜਾਣਕਾਰੀ ਦੇਣਾ ਔਰ ਅਸੀਂ ਇਹਨਾਂ ਤੋਂ ਕਿਸ ਤਰ੍ਹਾਂ ਬਚ ਸਕਦੇ ਹਾਂ, ਅਸੀਂ ਇਹਨਾਂ 'ਤੇ ਕਿਵੇਂ ਸਿਕਿਉਰਿਟੀ ਲਗਾ ਸਕਦੇ ਹਾਂ? ਇਹਨਾਂ ਐਪਸ ਦੀ ਜਿੱਦਾਂ ਮੈਂ ਤੁਹਾਨੂੰ ਪਰਮਿਸ਼ਨਸ ਦੀ ਗੱਲ ਸਕਰੀਨ ਦਿਖਾਈ ਸੀਗੀ ਕਿ ਤੁਹਾਨੂੰ ਉਹਨਾਂ ਪਰਮਿਸ਼ਨਾਂ ਦੇ ਉੱਤੇ ਬੜਾ ਖਿਆਲ ਰੱਖਣਾ ਪਏਗਾ। ਜਦੋਂ ਵੀ ਕੋਈ ਐਪ ਡਿਜ਼ਾਈਨ ਹੁੰਦੀ ਹੈ ਅਤੇ ਉਸ ਐਪ ਨੂੰ ਕਿਹੜੀ ਪਰਮਿਸ਼ਨ ਚਾਹੀਦੀ ਹੈ, ਉਸ ਪਰਮਿਸ਼ਨ ਦਾ ਤੁਹਾਨੂੰ ਪੁੱਛਦਾ ਹੈ। ਅਤੇ ਜੇ ਤੁਸੀਂ ਗਲਤੀ ਨਾਲ ਪਰਮਿਸ਼ਨ ਕੋਈ ਇਹੋ ਜਿਹੀ ਦੇ ਦਿੰਦੇ ਹੋ ਜਿਹਦੀ ਜ਼ਰੂਰਤ ਨਹੀਂ ਸੀਗੀ ਤਾਂ ਫਿਰ ਉੱਥੇ ਹਮੇਸ਼ਾ ਇਸ ਚੀਜ਼ ਦਾ ਖਤਰਾ ਬਣਿਆ ਰਹੇਗਾ। ਰਹੀ ਗੱਲ ਕੋਈ ਇਹੋ ਜਿਹੀ ਚਿਪ ਦੀ, ਅਤੇ ਉਹ ਡੇਟਾ ਤਾਂ ਐਕਚੁਅਲੀ ਤੁਹਾਡੇ ਇੰਟਰਨੈਟ ਦੇ ਥਰੂ ਹੀ ਜਾਣਾ ਹੈ। ਸੋ ਜਿਹੜੀਆਂ ਇਹ ਐਪ ਡਿਵੈਲਪਿੰਗ ਕੰਪਨੀਜ਼ ਨੇ ਜਾਂ ਜਿਵੇਂ ਪਲੇ ਸਟੋਰਸ ਨੇ, ਇਹਨਾਂ ਪਲੇ ਸਟੋਰਸ ਨੂੰ ਆਪਣੀ ਸਿਕਿਉਰਿਟੀ ਨੂੰ ਪ੍ਰੋਪਰ ਅਪਡੇਟ ਰੱਖਣਾ ਪਏਗਾ। ਮੈਂ ਇਸ ਗੱਲ ਵਿੱਚ ਕਹਿਣਾ ਚਾਹਾਂਗਾ ਕਿ ਐਪਲ ਦਾ ਐਪ ਸਟੋਰ ਜਿਹੜਾ ਹੈ ਉਹ ਇਸ ਮਾਮਲੇ 'ਚ ਬੜਾ ਸਟ੍ਰਿਕਟ ਹੈ। ਤੁਸੀਂ ਕੋਈ ਵੀ ਐਪ ਜੇ ਪਬਲਿਸ਼ ਕਰਨੀ ਹੋਵੇ ਤਾਂ ਐਪਲ ਉਹ ਪਹਿਲਾਂ ਪ੍ਰੋਪਰਲੀ ਉਸ ਐਪ ਨੂੰ ਟੈਸਟ ਕਰਦਾ ਹੈ ਔਰ ਟੈਸਟ ਕਰਨ ਤੋਂ ਬਾਅਦ ਉਹਦੀਆਂ ਖਾਮੀਆਂ ਨੂੰ ਉਜਾਗਰ ਕਰਦਾ ਹੈ ਅਤੇ ਫਿਰ ਡਿਵੈਲਪਰਸ ਨੂੰ ਉਹਨਾਂ ਖਾਮੀਆਂ ਨੂੰ ਦੂਰ ਕਰਨ ਲਈ ਕਹਿੰਦਾ ਹੈ ਔਰ ਪੂਰਾ ਚੈੱਕ ਕਰਕੇ ਤੇ ਫਿਰ ਹੀ ਉਹ ਐਪ ਜਿਹੜੀ ਹੈ ਉਹ ਐਪ ਸਟੋਰ ਦੇ ਉੱਤੇ ਅਵੇਲੇਬਲ ਹੁੰਦੀ ਹੈ। ਪਰ ਗੂਗਲ ਥੋੜ੍ਹਾ ਜਿਹਾ ਇਸ ਮਾਮਲੇ ਦੇ ਵਿੱਚ ਲੀਨੀਅੰਟ ਹੈ ਔਰ ਤੁਸੀਂ ਗੂਗਲ ਦੇ ਉੱਤੇ ਕੋਈ ਵੀ ਬੰਦਾ ਕਿਸੇ ਵੀ ਟਾਈਮ ਦੇ ਉੱਤੇ ਐਪਸ ਪਬਲਿਸ਼ ਕਰ ਸਕਦਾ ਸੀਗਾ, ਪਰ ਹੁਣ ਥੋੜ੍ਹਾ ਗੂਗਲ ਨੇ ਵੀ ਚੈੱਕ ਲਗਾਉਣਾ ਸ਼ੁਰੂ ਕੀਤਾ ਹੈ ਔਰ ਉਹ ਐਪਸ ਨੂੰ ਚੈੱਕ ਕਰਦੇ ਨੇ ਵੀ ਕਿਆ ਵਾਕਈ ਇਸ ਚੀਜ਼ ਦੀ ਪਰਮਿਸ਼ਨ ਦੀ ਲੋੜ ਹੈ ਜਾਂ ਨਹੀਂ, ਔਰ ਉਹ ਇਨਫੋਰਮੇਸ਼ਨ ਡਿਸਪਲੇ ਕਰਦੇ ਆ ਵੀ ਇਸ ਐਪ ਨੇ ਆਹ ਵਾਲੀ ਪਰਮਿਸ਼ਨ ਮੰਗੀ ਹੈ, ਕਿਆ ਤੁਸੀਂ ਇਹ ਦੇਣਾ ਚਾਹੁੰਦੇ ਹੋ ਕਿ ਨਹੀਂ, ਔਰ ਉਸ ਤੋਂ ਬਾਅਦ ਹੀ ਫਿਰ ਉਹ ਐਪ ਤੁਹਾਡੇ ਫ਼ੋਨ ਦੇ ਵਿੱਚ ਇੰਸਟਾਲ ਹੋ ਪਾਏਗੀ। ਸਰ ਇੱਕ ਮੈਂ ਪੁੱਛਣਾ ਚਾਹਾਂਗਾ ਕਿ ਅਸੀਂ ਕਿੰਨੇ ਜਾਗਰੂਕ ਹੋਣਾ ਚਾਹੀਦਾ ਸਾਨੂੰ, ਅਸੀਂ ਤਾਂ ਗੱਲ ਕਰੀਏ ਖਾਸ ਤੌਰ 'ਤੇ ਜਿਹੜੇ ਸਾਡੇ ਨੌਜਵਾਨ ਨੇ ਜਿਨ੍ਹਾਂ ਨੂੰ ਨਵਾਂ ਹੀ ਹਲੇ ਫ਼ੋਨ ਮਿਲਦਾ, ਉਹ ਕਈ ਐਪਲੀਕੇਸ਼ਨਸ ਕੁਛ ਅਜਿਹੇ ਤਰੀਕੇ ਨਾਲ ਅਟਰੈਕਟ ਹੋ ਕੇ ਡਾਊਨਲੋਡ ਕਰ ਲੈਂਦੇ ਨੇ ਔਰ ਕਈ ਵਾਰ ਉੱਤੇ ਸਰਫਿੰਗ ਵੀ ਸ਼ੁਰੂ ਕਰ ਦਿੰਦੇ ਨੇ।
ਤੇ ਉਹਨਾਂ ਨੌਜਵਾਨਾਂ ਵਾਸਤੇ ਜਾਂ ਜਿਹੜੇ ਸਾਡੇ ਨੌਜਵਾਨ ਨੇ ਜਿਹੜੇ ਸਕੂਲਾਂ 'ਚ ਕਾਲਜਾਂ 'ਚ ਪੜ੍ਹ ਰਹੇ ਨੇ ਉਹਨਾਂ ਵਾਸਤੇ ਤੁਹਾਡੇ ਵੱਲੋਂ ਕੀ ਸੁਨੇਹਾ ਤੁਹਾਨੂੰ ਤੁਸੀਂ ਕਿਵੇਂ ਜਾਗਰੂਕ ਕਰਨਾ ਚਾਹੋਗੇ? ਥੋੜ੍ਹਾ ਉਸ ਚੀਜ਼ ਦਾ ਮੈਸੇਜ ਜ਼ਰੂਰ ਦੇਣਾ ਜਿਹੜੇ ਸਾਡੇ ਸੂਬੇ ਦੇ ਜਾਂ ਦੇਸ਼ ਦੇ ਜਿਹੜੇ ਨੌਜਵਾਨ ਨੇ ਉਹ ਕਿਹਨਾਂ ਕਿਹਨਾਂ ਚੀਜ਼ਾਂ ਦਾ ਖਿਆਲ ਰੱਖਣ, ਥੋੜ੍ਹਾ ਉਹ ਵੀ ਜਾਗਰੂਕ ਰਹਿਣ ਤਾਂ ਕਿ ਨੌਜਵਾਨ ਪੀੜ੍ਹੀ ਮੈਂ ਸੋਚਦਾ ਹਾਂ ਕਿ ਮੈਚਿਓਰ ਪੀੜ੍ਹੀ ਨਾਲੋਂ ਜ਼ਿਆਦਾ ਮੈਚਿਓਰ ਪੀੜ੍ਹੀ ਹੈ ਔਰ ਨੌਜਵਾਨ ਹਰ ਚੀਜ਼ ਨੂੰ ਬਹੁਤ ਜਲਦੀ ਪਿਕ ਕਰਦੇ ਨੇ। ਇੰਨਾ ਮੈਨੂੰ ਵੀ ਫ਼ੋਨ ਯੂਜ਼ ਕਰਨਾ ਨਹੀਂ ਆਉਂਦਾ ਹੋਏਗਾ ਜਿੰਨਾ ਮੇਰੇ ਬੱਚਿਆਂ ਨੂੰ ਯੂਜ਼ ਕਰਨਾ ਆਉਂਦਾ ਹੋਏਗਾ, ਪਰ ਜ਼ਰੂਰਤ ਹੈ ਕਿ ਥੋੜ੍ਹੀ ਸਮਝ ਦੀ ਜ਼ਰੂਰਤ ਹੈ ਕਿ ਬੱਚਿਆਂ ਨੂੰ ਹਮੇਸ਼ਾ ਇਹ ਚੀਜ਼ ਦੇਖਣੀ ਚਾਹੀਦੀ ਹੈ ਵੀ ਕਿਆ ਵਾਕਈ ਇਸ ਐਪ ਦੀ ਜ਼ਰੂਰਤ ਹੈ ਜਾਂ ਇਸ ਪਰਮਿਸ਼ਨ ਦੀ ਜ਼ਰੂਰਤ ਹੈ, ਤਾਂ ਹੀ ਉਸ ਐਪ ਨੂੰ ਉਹ ਇੰਸਟਾਲ ਕਰਨ। ਅਨਨੈਸੈਸਰੀ ਆਪਣੇ ਫ਼ੋਨ ਦੇ ਵਿੱਚ ਹਰ ਤਰ੍ਹਾਂ ਦੀ ਦੁਨੀਆ ਭਰ ਦੀਆਂ ਐਪਸ ਇੰਸਟਾਲ ਕਰਨ ਦਾ ਕੋਈ ਫਾਇਦਾ ਨਹੀਂ ਹੈ। ਰਾਦਰ ਤੁਸੀਂ ਉਸ ਚੀਜ਼ ਦੇ ਨਾਲ ਆਪਣੇ ਔਰ ਆਪਣੇ ਪਰਿਵਾਰ ਦੇ ਔਰ ਆਪਣੇ ਦੇਸ਼ ਦੀ ਸਿਕਿਉਰਿਟੀ ਨੂੰ ਰਿਸਕ 'ਤੇ ਲੈ ਕੇ ਆਓਗੇ। ਕਈ ਵਾਰੀ ਕੀ ਹੁੰਦਾ ਹੈ ਕਿ ਜਿਵੇਂ ਹੁਣ ਸਪੋਜ਼ ਕਰੋ ਕੋਈ ਡਿਫੈਂਸ ਪਰਸਨਲ ਹੈ, ਉਹਦੇ ਬੱਚਿਆਂ ਨੇ ਆਪਣੇ ਫਾਦਰ ਦੇ ਮੋਬਾਈਲ ਦੇ ਉੱਤੇ ਕੋਈ ਗੇਮ ਖੇਲਣੀ, ਉਹਨਾਂ ਨੇ ਚੁੱਪ ਕਰਕੇ ਗੇਮ ਇੰਸਟਾਲ ਕਰ ਲਈ। ਫਾਦਰ ਨੇ ਵੀ ਦੇਖਿਆ ਚਲੋ ਠੀਕ ਹੈ ਕੋਈ ਗੱਲ ਨਹੀਂ, ਬੱਚੇ ਨੇ ਤਾਂ ਗੇਮ ਹੀ ਇੰਸਟਾਲ ਕੀਤੀ ਹੈ ਅਤੇ ਖੇਲਣ ਦਿਓ ਥੋੜ੍ਹੀ ਦੇਰ ਅਤੇ ਫਿਰ ਬਾਅਦ 'ਚ ਮੈਂ ਫ਼ੋਨ ਲੈ ਲਾਂਗਾ। ਜਦੋਂ ਫਾਦਰ ਨੇ ਫ਼ੋਨ ਲੈ ਲਿਆ, ਹੁਣ ਹੋ ਸਕਦਾ ਕਿ ਉਸ ਗੇਮ ਨੇ ਕੋਈ ਚੁੱਪ ਚੁਪੀਤੇ ਸਰਵੇਲੈਂਸ ਦੀ ਐਪ ਇੰਸਟਾਲ ਕਰ ਲਈ ਅਤੇ ਫਿਰ ਜਿੱਥੇ ਜਿੱਥੇ ਉਹ ਡਿਫੈਂਸ ਪਰਸਨਲ ਜਾਏਗਾ ਉਹਦੀ ਲੋਕੇਸ਼ਨ ਨੂੰ ਟਰੈਕ ਕਰੇਗੀ ਐਪ, ਉਹਦੀਆਂ ਗੱਲਾਂ ਬਾਤਾਂ ਨੂੰ ਉਹ ਸੁਣੇਗੀ। ਹੋ ਸਕਦਾ ਹੈ ਕਿ ਵਿੱਚ ਉਹਨੇ ਜੇ ਕੈਮਰਾ ਦੀ ਪਰਮਿਸ਼ਨ ਲਈ ਹੈ ਤਾਂ ਸੀਕਰੇਟਲੀ ਜਾਂ ਸਟੈਲਥ ਕੈਮਰਾ ਆਪਾਂ ਉਹਨੂੰ ਕਹਿੰਦੇ ਹਾਂ, ਉਹ ਸਟੈਲਥ ਕੈਮਰਾ ਵੀ ਔਨ ਕਰਕੇ ਅਤੇ ਉਹ ਆਸ-ਪਾਸ ਦੀਆਂ ਫੋਟੋਜ਼ ਵੀ ਕਲਿੱਕ ਕਰਦੀ ਹੋਵੇ। ਸੋ ਇਸੇ ਕਰਕੇ ਗੌਰਮੈਂਟ ਨੇ ਇਹਨਾਂ 89 ਐਪਸ ਨੂੰ ਬੰਦ ਕੀਤਾ ਹੈ। ਜਿਹੜੀਆਂ ਐਪਸ ਵਾਲੀਆਂ ਜਿਹੜੀਆਂ ਇਹ ਐਪਸ ਨੇ, ਇਹ ਸਪੈਸ਼ਲੀ ਡਿਫੈਂਸ ਪਰਸਨਲ ਨੇ ਇਹ ਆਪਣੇ ਫੋਨਸ ਤੋਂ ਜ਼ਰੂਰ ਅਨਇੰਸਟਾਲ ਕਰਨ। ਜੀ ਪ੍ਰੋਫੈਸਰ ਸਾਹਿਬ, ਤੁਸੀਂ ਆਪਣੇ ਵੱਲੋਂ ਕਿੰਨੇ ਕੁ ਤੁਸੀਂ ਸਮਝਦੇ ਹੈ ਕਿ ਅਸੀਂ ਸਾਰੇ ਕਿੰਨੇ ਕੁ ਸੁਰੱਖਿਅਤ ਹੈ ਇੰਟਰਨੈਟ ਦੀ ਦੁਨੀਆ ਦੇ ਵਿੱਚ, ਕਿੰਨੇ ਕੁ ਪ੍ਰਤੀਸ਼ਤ ਸੁਰੱਖਿਅਤ ਹੈ, ਔਰ ਸਾਨੂੰ ਹੋਰ ਜਿਹੜਾ ਕਿ ਖਾਸ ਕਰਕੇ ਸਰਕਾਰ ਨੂੰ ਤੁਸੀਂ ਕੀ ਸੁਨੇਹਾ ਦੇਣਾ ਚਾਹੁੰਦੇ ਹੋ ਉਸ ਦੇ ਬਿਹਾਫ 'ਤੇ ਕਿ ਉਹਨੂੰ ਕਿਹੜੀ ਇੰਪਰੂਵਮੈਂਟਸ ਕਰਨੀਆਂ ਚਾਹੀਦੀਆਂ ਨੇ? ਚਿਰਾਗ ਜੀ, ਸੁਰੱਖਿਆ ਦੇ ਮਾਮਲੇ ਦੇ ਵਿੱਚ ਤਾਂ ਮੈਂ ਕਹਾਂਗਾ ਕਿ ਮੈਂ ਤਾਂ ਖੁਦ ਐਕਸਪਰਟ ਹੋਣ ਦੇ ਬਾਵਜੂਦ ਵੀ ਮੈਂ ਸੁਰੱਖਿਅਤ ਨਹੀਂ ਹੈ, ਕਿਉਂਕਿ ਡੇਟਾ ਅਲਟੀਮੇਟਲੀ ਦੇਖੋ ਹਵਾ ਦੇ ਵਿੱਚ ਹੈ ਔਰ ਹਵਾ ਦੇ ਵਿੱਚੋਂ ਕੋਈ ਵੀ ਹੈਕਰ ਜਿਹੜਾ ਹੈ ਉਹ ਜੇ ਤੁਹਾਡੇ ਨੈਟਵਰਕ ਦੇ ਉੱਤੇ ਹੈ ਅਤੇ ਉਹ ਤੁਹਾਡੇ ਡੇਟਾ ਨੂੰ ਰੀਡ ਕਰ ਸਕਦਾ ਹੈ। ਬਹੁਤ ਸਾਰੇ ਅੱਜ ਕੱਲ੍ਹ ਡਿਕ੍ਰਿਪਸ਼ਨ ਦੇ ਐਲਗੋਰਿਦਮ ਵੀ ਅਵੇਲੇਬਲ ਨੇ ਕਿ ਤੁਸੀਂ ਜਿੰਨਾ ਮਰਜ਼ੀ ਡੇਟਾ ਸਿਕਿਉਰ ਕਰ ਲਓ ਉਹਨੂੰ ਉਹ ਤੋੜ ਸਕਦੇ ਨੇ। ਸੋ ਇੱਥੇ ਆਪਣੀ ਸੇਫਟੀ ਆਪਣੇ ਹੱਥ ਦੇ ਵਿੱਚ ਹੈ। ਅਨਨੈਸੈਸਰੀ ਯੂਜ਼ੇਜ ਜਿੱਥੇ ਹੈ ਆਪਾਂ ਨੂੰ ਉਹਨੂੰ ਕੱਟ ਡਾਊਨ ਕਰਨਾ ਚਾਹੀਦਾ, ਯੂਜ਼ ਨਹੀਂ ਕਰਨਾ ਚਾਹੀਦਾ। ਸਰਕਾਰ ਨੂੰ ਤੁਸੀਂ ਕੀ ਜਿਹੜਾ ਕਿ ਸੁਨੇਹਾ ਦੇਣਾ ਚਾਹੁੰਦੇ ਹੋ ਕਿ ਹੁਣ ਕਿਹਨਾਂ ਚੀਜ਼ਾਂ ਦੇ ਉੱਤੇ ਜਿਹੜਾ ਕਿ ਇੰਪਰੂਵਮੈਂਟ ਕਰਨ ਦੀ ਲੋੜ ਹੈ? ਆਪਣੇ ਵੱਲੋਂ ਕੀ ਮਤਲਬ ਕਿ ਉਹਨਾਂ ਨੂੰ ਇੱਕ ਅਪੀਲ ਕੀ ਕਰਨਾ ਚਾਹੁੰਦੇ ਆ, ਥੋੜ੍ਹਾ ਉਹ ਵੀ ਦੱਸ ਦਿਓ ਕਿ ਤੁਹਾਡਾ ਜਿਹੜਾ ਕਿ ਤੁਸੀਂ ਇਹ ਬੜਾ ਮਹੱਤਵਪੂਰਨ ਪੋਸਟ 'ਤੇ ਆ, ਤੁਸੀਂ ਲੋਕਾਂ ਨੂੰ ਜਾਗਰੂਕ ਕਰਦੇ ਆ, ਤੁਸੀਂ ਲੋਕਾਂ ਵਾਸਤੇ ਮਤਲਬ ਡਿਵੈਲਪ ਕਰਦੇ ਆ, ਫਿਰ ਤੁਹਾਨੂੰ ਆਪਣੀ ਨੌਲੇਜ ਦੇ ਅਕੋਰਡਿੰਗ ਤੁਹਾਨੂੰ ਕੀ ਲੱਗਦਾ ਹੈ ਕਿ ਸਰਕਾਰ ਨੂੰ ਕਿਹਨਾਂ ਜਗ੍ਹਾ ਦੇ ਉੱਤੇ ਜਿਹੜਾ ਹੈ ਕਿ ਸੁਧਾਰ ਕਰਨ ਦੀ ਲੋੜ ਹੈ? ਸਰਕਾਰ ਨੂੰ ਦੇਖੋ ਇਸ ਮਾਮਲੇ ਦੇ ਵਿੱਚ ਜਿੰਨੀਆਂ ਆਈਟੀ ਕੰਪਨੀਆਂ ਨੇ ਨਾਲ ਉਹਨਾਂ ਦੇ ਨਾਲ ਤਾਲਮੇਲ ਬਣਾ ਕੇ ਰੱਖਣ ਦੀ ਲੋੜ ਹੈ, ਜਿੰਨੀਆਂ ਟੈਲੀਕਾਮ ਕੰਪਨੀਜ਼ ਨੇ ਇਹਨਾਂ ਸਾਰਿਆਂ ਨਾਲ ਤਾਲਮੇਲ ਬਣਾ ਕੇ ਰੱਖਣ ਦੀ ਲੋੜ ਹੈ। ਟੈਲੀਕਾਮ ਕੰਪਨੀਜ਼ ਤੋਂ ਸਰਕਾਰ ਰੈਗੂਲਰਲੀ ਅਪਡੇਟਸ ਲੈ ਸਕਦੀ ਹੈ ਔਰ ਉਹਨਾਂ ਨੂੰ ਹਿਦਾਇਤਾਂ ਦੇ ਸਕਦੀ ਹੈ ਕਿ ਕਿਹੜੀ ਸਾਈਟ ਚਲਾਉਣੀ ਹੈ, ਕਿਹੜੀ ਸਾਈਟ ਬੰਦ ਕਰਨੀ ਹੈ। ਔਰ ਆਪਣੇ ਸਰਕਾਰ ਦੇ ਕੋਲ ਇੰਟੈਲੀਜੈਂਸ ਹੈ, ਸਾਈਬਰ ਇੰਟੈਲੀਜੈਂਸ ਵੀ ਹੈ ਉਹਨਾਂ ਦੇ ਕੋਲ, ਸਾਈਬਰ ਫੋਰੈਂਸਿਕਸ ਦੀ ਹੈਲਪ ਲੈ ਕੇ ਉਹ ਦੇਖ ਸਕਦੇ ਨੇ ਕਿ ਕਿਹੜੀ ਐਪ ਕਿੰਨੀ ਕੁ ਸੁਰੱਖਿਅਤ ਹੈ, ਕਿਹੜੀ ਐਪ ਕੀ ਡੇਟਾ ਬਾਹਰ ਭੇਜ ਰਹੀ ਹੈ, ਕੀ ਡੇਟਾ ਅੰਦਰ ਲੈ ਕੇ ਆ ਰਹੀ ਹੈ। ਔਰ ਉਹਦੇ ਬੇਸ ਦੇ ਉੱਤੇ ਉਹਨਾਂ ਨੂੰ ਇਸ ਤਰ੍ਹਾਂ ਟਾਈਮ ਟੂ ਟਾਈਮ ਡਿਫਰੈਂਟ ਆਪਣੀਆਂ ਹਿਦਾਇਤਾਂ ਜਿਹੜੀਆਂ ਨੇ ਉਹ ਦੇਣੀਆਂ ਚਾਹੀਦੀਆਂ ਨੇ ਤਾਂ ਕਿ ਯੂਜ਼ਰਸ ਜਿਹੜੇ ਹੈ ਉਹ ਸੁਰੱਖਿਅਤ ਰਹਿਣ। ਅਤੇ ਨਵੇਂ ਮੈਂ ਕਹਾਂਗਾ ਕਿ ਇਹੋ ਜਿਹੇ ਇਨੋਵੇਟਿਵ ਫੋਰੈਂਸਿਕਸ ਦੇ ਕੋਰਸਿਸ ਜਾਂ ਸਾਈਬਰ ਸਿਕਿਉਰਿਟੀ ਦੇ ਕੋਰਸਿਸ ਲੈ ਕੇ ਆਉਣੇ ਚਾਹੀਦੇ ਨੇ ਤਾਂ ਕਿ ਯੂਥ ਉਹਨਾਂ ਕੋਰਸਿਸ ਨੂੰ ਅਡੋਪਟ ਕਰ ਸਕੇ ਅਤੇ ਉਹਨਾਂ ਨੂੰ ਪੜ੍ਹ ਕੇ ਅਤੇ ਆਪਣੇ ਸਾਈਬਰ ਪੱਖੋਂ ਆਪਣੇ ਦੇਸ਼ ਨੂੰ ਮਜ਼ਬੂਤ ਕਰਨ। ਜਿਹੜਾ ਕਿ ਮੇਰੇ ਜ਼ਹਿਨ ਦੇ ਇੱਕ ਸਵਾਲ ਜਿਹੜਾ ਕਿ ਹੁਣ ਸਟਕ ਕੀਤਾ ਹੈ ਕਿ ਜਿਸ ਤਰ੍ਹਾਂ ਤੁਸੀਂ ਗੇਮਸ ਦੀ ਗੱਲ ਕੀਤੀ ਸੀ, ਪਬਜੀ ਦੇ ਵਿੱਚ ਜਿਹੜਾ ਕਿ ਸਾਡੇ ਦੇਸ਼ ਦਾ ਜਿਹੜਾ ਨੌਜਵਾਨ ਹੈ ਬਹੁਤ ਰੁੱਝਿਆ ਹੋਇਆ, ਬਹੁਤ ਉਹਨਾਂ ਦੇ ਵਿੱਚ ਕਰੇਜ਼ ਹੈ ਪਬਜੀ ਨੂੰ ਲੈ ਕੇ, ਔਰ ਬੀਤੇ ਦਿਨੀ ਜਿਹੜਾ ਹੈ ਕਿ ਸੁਰਖੀਆਂ ਦੇ ਵਿੱਚ ਵੀ ਰਹੀ ਹੈ ਪਬਜੀ। ਅਤੇ ਜਿਹੜੀ ਇਸ ਤਰ੍ਹਾਂ ਦੀ ਜਿਹੜੀ ਅਟਰੈਕਟਿਵ ਗੇਮਸ ਨੇ, ਖਾਸ ਕਰਕੇ ਜਿਸ ਤਰ੍ਹਾਂ ਉਹ ਵੋਇਸਲੀ ਉਹ ਇੱਕ ਦੂਜੇ ਨੂੰ ਕਮਾਂਡ ਵੀ ਕਰਦੇ ਨੇ, ਕੋਈ ਇੱਕ ਗਰੁੱਪ ਬਣ ਜਾਂਦਾ, ਕੋਈ ਨੋਨ ਹੈ ਵਿੱਚ ਕੋਈ ਅਨਨੋਨ ਹੈ, ਇੱਕ ਦੂਜੇ ਨੂੰ ਕਮਾਂਡ ਦਿੰਦੇ ਨੇ ਕਿ ਇੱਥੋਂ ਜਾ ਕੇ ਅਟੈਕ ਕਰ ਜਾਂ ਉਸ ਪੋਜੀਸ਼ਨ ਤੋਂ ਜਾ ਕੇ ਅਟੈਕ ਕਰ, ਇਹ ਕਿੰਨੀਆਂ ਸੁਰੱਖਿਅਤ ਨੇ? ਦੇਖੋ ਫਿਰ ਗੱਲ ਤਾਂ ਉੱਥੇ ਉਹ ਐਪਸ ਦੀ ਹੀ ਆ ਜਾਂਦੀ ਹੈ ਵੀ ਤੁਸੀਂ ਕਿਹੜੀ ਪਰਮਿਸ਼ਨ ਦਿੱਤੀ ਆ ਉਹਨਾਂ ਐਪਸ ਨੂੰ, ਉਹਦੇ 'ਤੇ ਡਿਪੈਂਡ ਕਰਦਾ। ਥੋੜ੍ਹਾ ਜਿਹਾ ਮੈਂ ਇਹ ਵੀ ਜ਼ਰੂਰ ਕਹਾਂਗਾ ਕਿ ਇਸ ਤਰ੍ਹਾਂ ਦੀ ਜਿਹੜੀਆਂ ਵਾਇਲੈਂਸ ਵਾਲੀਆਂ ਗੇਮਸ ਨੇ ਇਹ ਸਰਕਾਰ ਨੂੰ ਇਹਨਾਂ ਦੇ ਉੱਤੇ ਕੰਟਰੋਲ ਰੱਖਣਾ ਚਾਹੀਦਾ। ਇਹ ਗੇਮ ਤੋਂ ਹੀ ਵਾਇਲੈਂਸ ਸ਼ੁਰੂ ਹੁੰਦਾ, ਬੱਚਿਆਂ ਦੀ ਮਾਨਸਿਕਤਾ ਜਿਹੜੀ ਹੈ ਉੱਥੋਂ ਬਣਨੀ ਸ਼ੁਰੂ ਹੁੰਦੀ ਹੈ ਔਰ ਇਸ ਮਾਨਸਿਕਤਾ ਨੂੰ ਕੰਟਰੋਲ ਦੇ ਵਿੱਚ ਜਾਂ ਕਾਬੂ 'ਚ ਰੱਖਣ ਵਾਸਤੇ ਪੇਰੈਂਟਸ ਨੂੰ ਵੀ ਇਸ ਚੀਜ਼ ਵਾਸਤੇ ਜ਼ਰੂਰ ਖਿਆਲ ਰੱਖਣਾ ਚਾਹੀਦਾ। ਹੁਣੇ ਰੀਸੈਂਟਲੀ ਮੈਂ ਦੇਖੀ ਸੀ ਖਬਰ ਇੱਕ ਕਿ ਕਿਸੇ ਬੱਚੇ ਨੇ
ਪਬਜੀ ਖੇਲਦੇ 16 ਲੱਖ ਰੁਪਏ ਆਪਣੇ ਪੇਰੈਂਟਸ ਦੇ ਅਕਾਊਂਟ ਤੋਂ ਗਵਾ ਦਿੱਤੇ। ਸੋ ਉਹਦੀ ਭਰਪਾਈ ਹੋਣੀ ਤਾਂ ਬਹੁਤ ਔਖੀ ਹੈ, ਤੇ ਇਸ ਕਰਕੇ ਪੇਰੈਂਟਸ ਨੂੰ ਜਿਹੜਾ ਖਿਆਲ ਰੱਖਣਾ ਪਏਗਾ ਵੀ ਉਹਨਾਂ ਦੇ ਬੱਚੇ ਕਿਹੜੀਆਂ ਐਪਸ ਯੂਜ਼ ਕਰਦੇ ਨੇ, ਔਰ ਉਹਨਾਂ ਦੇ ਉੱਤੇ ਚੈੱਕ ਜ਼ਰੂਰ ਰੱਖਣਾ ਚਾਹੀਦਾ ਨਾਲ। ਸਰ ਅਖੀਰ ਦੇ ਵਿੱਚ ਮੇਰੇ ਜਹਨ ਦੇ ਵਿੱਚ ਇੱਕ ਹੋਰ ਸਵਾਲ ਆ ਰਿਹਾ ਜਾਂਦੇ ਕਿ ਜਿਹੜੇ 89 ਐਪਸ ਜਿਹੜੀਆਂ ਜਿਹਨੂੰ ਬੀਤੀ ਰਾਤ ਜਿਹੜੀ ਭਾਰਤ ਸਰਕਾਰ ਨੇ ਬੈਨ ਕਰਨ ਦੇ ਨਿਰਦੇਸ਼ ਦਿੱਤੇ, ਇਸ ਦੇ ਨਾਲ ਜਿਹੜਾ ਕਿ ਭਾਰਤੀ ਫੌਜ ਨੂੰ ਖਾਸ ਕਰ ਨਿਰਦੇਸ਼ ਦਿੱਤੇ ਨੇ ਕਿ ਉਹ ਫੇਸਬੁੱਕ ਤੱਕ ਵੀ ਆਪਣੇ ਮੋਬਾਈਲਸ ਤੋਂ ਬੰਦ ਕਰਦੇ ਨੇ, ਔਰ ਜੇ ਉਹਦੀ ਐਪਲੀਕੇਸ਼ਨ ਉਹਨੂੰ ਅਨਇੰਸਟਾਲ ਕਰ ਦੇਣ। ਸਰ ਕੀ ਕਾਰਨ, ਤੁਹਾਨੂੰ ਕੀ ਲੱਗਦਾ ਹੈ ਕਿਉਂ ਇਹ ਨਿਰਦੇਸ਼ ਜਾਰੀ ਹੋਏ? ਦੇਖੋ, ਫੇਸਬੁੱਕ ਔਰ ਇੰਸਟਾਗ੍ਰਾਮ ਵਰਗੀਆਂ ਜਿਹੜੀਆਂ ਐਪਸ ਨੇ ਉਹ ਕਾਫੀ ਸਿਕਿਉਰ ਔਰ ਮੈਚਿਓਰ ਐਪਸ ਨੇ, ਔਰ ਇਹਨਾਂ ਦੇ ਵਿੱਚ ਸਿਕਿਉਰਿਟੀ ਦੇ ਜਿਹੜੇ ਪੁਆਇੰਟ ਆਫ ਵਿਊ ਦੇ ਨਾਲ ਆਪਾਂ ਕਹਾਂਗੇ ਰਿਸਕ ਘੱਟ ਨੇ। ਪਰ ਫਿਰ ਵੀ ਜੇ ਗਵਰਨਮੈਂਟ ਆਫ ਇੰਡੀਆ ਨੇ ਫੌਜੀਆਂ ਨੂੰ ਜਾਂ ਫੌਜ ਦੇ ਬੰਦਿਆਂ ਨੂੰ ਕਿਹਾ ਹੈ ਕਿ ਇਹਨਾਂ ਐਪਸ ਨੂੰ ਅਨਇੰਸਟਾਲ ਕਰੋ, ਉਹਦੇ ਪਿੱਛੇ ਇੱਕ ਹੋਰ ਰੀਜ਼ਨ ਵੀ ਹੈ। ਇਹਨਾਂ ਐਪਸ ਦੇ ਉੱਤੇ ਜਿਹੜੀਆਂ ਦੁਸ਼ਮਣ ਦੀ ਸੈਨਾ ਹੈ ਜਾਂ ਫੌਜ ਹੈ ਉਹ ਹਨੀ ਟਰੈਪਸ ਬਣਾਉਂਦੀ ਹੈ। ਉਹ ਝੂਠੀਆਂ ਪ੍ਰੋਫਾਈਲਾਂ ਬਣਾ ਕੇ, ਲੜਕੀਆਂ ਦੀਆਂ ਪ੍ਰੋਫਾਈਲਾਂ ਬਣਾ ਕੇ ਫੌਜੀਆਂ ਦੇ ਨਾਲ ਦੋਸਤੀ ਕਰਨ ਦੀ ਕੋਸ਼ਿਸ਼ ਕਰ ਸਕਦੇ ਨੇ, ਔਰ ਉਹਨਾਂ ਦੇ ਕੋਲੋਂ ਮਹੱਤਵਪੂਰਨ ਜਾਣਕਾਰੀਆਂ ਹਾਸਲ ਕਰ ਸਕਦੇ ਨੇ। ਸੋ ਫੌਜੀਆਂ ਨੂੰ ਇਹਨਾਂ ਹਨੀ ਟਰੈਪਸ ਤੋਂ ਬਚਾਉਣ ਵਾਸਤੇ ਇਹ ਹਦਾਇਤ ਦਿੱਤੀ ਗਈ ਹੈ ਕਿ ਉਹ ਫੇਸਬੁੱਕ, ਟਿੰਡਰ ਜਾਂ ਇੰਸਟਾਗ੍ਰਾਮ ਵਰਗੀਆਂ ਐਪਸ ਤੋਂ ਆਪਣੇ ਆਪ ਨੂੰ ਦੂਰ ਰੱਖਣ। ਇਸ ਦੇ ਵਿੱਚ WhatsApp ਵੀ ਹੈ? ਨਹੀਂ, WhatsApp ਹਲੇ ਗਵਰਨਮੈਂਟ ਨੇ ਬੈਨ ਨਹੀਂ ਕੀਤੀ, ਪਰ ਡੈਫੀਨੇਟਲੀ WhatsApp ਬੰਦ ਕਰਨੀ ਹੀ ਪਏਗੀ, ਪਰ ਤਦ ਤੱਕ ਨਹੀਂ ਕਰਨਗੇ ਜਦ ਤੱਕ ਉਹਦਾ ਕੋਈ ਆਲਟਰਨੇਟਿਵ ਸਾਡੇ ਕੋਲ ਅਵੇਲੇਬਲ ਨਹੀਂ ਹੋ ਜਾਂਦਾ। ਸੋ ਅੱਜ ਅਸੀਂ DAV ਕਾਲਜ ਦੇ ਪ੍ਰੋਫੈਸਰ ਰਜੀਵ ਪੁਰੀ ਜੀ ਦੇ ਨਾਲ ਜਿਹੜੇ ਕਿ ਸਾਈਬਰ ਸਿਕਿਉਰਿਟੀ ਦੇ ਉੱਤੇ ਅਸੀਂ ਗੱਲਬਾਤ ਕੀਤੀ ਆ, ਉਹਨਾਂ ਕੋਲ ਜਾਣਕਾਰੀ ਲਈ ਹੈ ਕਿ ਅਸੀਂ ਇੰਟਰਨੈਟ ਦੀ ਦੁਨੀਆ ਦੇ ਵਿੱਚ ਕਿੰਨੇ ਸੁਰੱਖਿਅਤ ਹਾਂ ਅਸੀਂ। ਤਾਂ ਇਸ ਦੇ ਨਾਲ ਇਹਨਾਂ ਨੇ ਜਿਹੜਾ ਕਿ ਇਸ ਦੇ ਬਾਬਤ ਜਿਹੜੀ ਹੈ ਕਿ ਬੜੀ ਵਿਸਥਾਰ ਦੇ ਨਾਲ ਸਾਨੂੰ ਜਾਣਕਾਰੀ ਦਿੱਤੀ ਹੈ ਰਜੀਵ ਪੁਰੀ ਜੀ ਨੇ, ਕਿ ਸਾਨੂੰ ਜਿਹੜੀ ਹੈ ਕਿ ਐਪਲੀਕੇਸ਼ਨਸ ਜਿਹੜੀਆਂ ਨੇ ਬੜੀ ਧਿਆਨ ਦੇ ਨਾਲ ਆਪਣੇ ਮੋਬਾਈਲਸ ਦੇ ਵਿੱਚ ਇੰਸਟਾਲ ਕਰਨੀਆਂ ਚਾਹੀਦੀਆਂ ਨੇ। ਉਹਨਾਂ ਦੀ ਜਿਹੜੀ ਪਰਮਿਸ਼ਨਸ ਜਿਹੜੀਆਂ ਮੰਗਦਾ ਹੈ, ਜਿਹੜੀ ਪਰਮਿਸ਼ਨਸ ਦੀ ਉਹ ਡਿਮਾਂਡ ਕਰਦਾ, ਉਹਨੂੰ ਬਹੁਤ ਜਾਗਰੂਕ ਹੋ ਕੇ ਬਹੁਤ ਧਿਆਨ ਦੇ ਨਾਲ ਜਿਹੜੀ ਹੈ ਕਿ ਉਹਨਾਂ ਪਰਮਿਸ਼ਨਸ ਨੂੰ ਇਨੇਬਲ ਕਰਨਾ ਚਾਹੀਦਾ ਹੈ। ਜੇਕਰ ਸਾਨੂੰ ਉਸ ਦੇ ਰਿਗਾਰਡਿੰਗ ਜੇ ਸਾਨੂੰ ਉਹਦੀ ਜਾਣਕਾਰੀ ਨਹੀਂ ਹੈ, ਅਤੇ ਜਿਹੜੇ ਸਾਡੇ ਨੇੜੇ ਜਿਹੜੇ ਉਸ ਸੰਬੰਧ ਦੇ ਵਿੱਚ ਜਿਹੜੇ ਜਾਣਕਾਰ ਨੇ, ਸਾਨੂੰ ਉਹਨਾਂ ਦੀ ਮਦਦ ਲੈ ਲੈਣੀ ਚਾਹੀਦੀ ਹੈ, ਕਿ ਜਿਸ ਕਾਰਨ ਅਸੀਂ ਜਿਹੜਾ ਹੈ ਕਿ ਆਪ ਤੇ ਅਸੀਂ ਆਪਣੇ ਮੋਬਾਈਲ ਨੂੰ ਸੁਰੱਖਿਅਤ ਕਰ ਸਕੀਏ। ਚਿਰਾਗ ਸ਼ਰਮਾ, ਅਜੀਤ ਵੈਬ TV, ਜਲੰਧਰ। ਦੇਸ਼ ਦੁਨੀਆ ਤੇ ਕਰੋਨਾ ਮਹਾਮਾਰੀ ਦਾ ਅਸਰ। ਇਹ ਜ਼ਰੂਰੀ ਹੈ ਕਿ ਤੁਹਾਨੂੰ ਮਿਲੇ ਸਹੀ ਜਾਣਕਾਰੀ ਅਤੇ ਪਤਾ ਹੋਵੇ ਸੱਚੀ ਖਬਰ। ਅਜੀਤ ਵੈਬ TV ਦੇ ਸੈਂਕੜੇ ਪੱਤਰਕਾਰਾਂ ਦੀ ਹੈ ਹਰ ਪਲ, ਹਰ ਜਗ੍ਹਾ ਤੇ ਹਰ ਸਥਿਤੀ ਤੇ ਪੈਣੀ ਨਜ਼ਰ। ਪਿੰਡ, ਕਸਬਾ, ਸ਼ਹਿਰ ਹੋਵੇ ਜਾਂ ਦੇਸ਼ ਵਿਦੇਸ਼, ਅਸੀਂ ਜੁੜੇ ਹਾਂ ਤੁਹਾਡੇ ਨਾਲ ਅਖਬਾਰਾਂ ਤੇ ਸੋਸ਼ਲ ਮੀਡੀਆ ਰਾਹੀਂ। ਕਲਮ ਦੀ ਤਾਕਤ ਤੇ ਵੈਬ TV ਦੇ ਮਾਧਿਅਮ ਦੇ ਨਾਲ ਹਰ ਜਨ ਤੱਕ ਪਹੁੰਚਾਵਾਂਗੇ ਹਰ ਮਨ ਦੀ ਆਵਾਜ਼। ਹਰ ਆਮੋ ਖਾਸ ਤੇ ਹਕੂਮਤ ਨੂੰ ਵੀ ਕਰਾਂਗੇ ਸਵਾਲ ਜਵਾਬ। ਆਪ ਨਹੀਂ ਤਾਂ ਪਹੁੰਚੇਗੀ ਸਾਡੀ ਵੀਡੀਓ ਕਾਲ। ਅਫਵਾਹਾਂ ਤੋਂ ਬਚੋ ਅਤੇ ਸੱਚੀਆਂ ਤੇ ਸਹੀ ਖਬਰਾਂ ਦੇ ਲਈ ਜੁੜੇ ਰਹੋ ਅਜੀਤ ਵੈਬ TV ਦੇ ਨਾਲ।